ਪਿਆਰੇ ਦਾ ਪਿਆਰਾ ਆਧੁਨਿਕ ਪੰਜਾਬੀ ਸਾਹਿਤ ਦੇ ਪਿਤਾਮਾ ਭਾਈ ਵੀਰ ਸਿੰਘ ਜੀ ਦੀ ਇੱਕ ਬੇਮਿਸਾਲ ਰਚਨਾ ਹੈ। ਇਹ ਪ੍ਰਸੰਗ ਇਉਂ ਲਿਖਿਆ ਗਿਆ ਹੈ ਕਿ ਮਾਨੋ ਇੱਕ ਮੁਸਾਫਿਰ ਆਪਣੀ ਜ਼ੁਬਾਨੀ ਇੱਕ ਹੋ ਬੀਤੇ ਹਾਲ ਦਾ ਨਕਸ਼ਾ ਆਪਣੇ ਸੁਪਨੇ ਵਿੱਚ ਵੇਖਦਾ ਹੈ ਅਤੇ ਉਸ ਨੂੰ ਵਰਣਨ ਕਰ ਰਿਹਾ ਹੈ। ਬਰਖਾ ਮੋਹਲੇ ਧਾਰ ਲੈ ਪਈ, ਉਜਾੜ ਚਾਰ ਚੁਫੇਰੇ, ਵਸਦੀ ਨਾ ਗਿਰਾਂ, ਕੱਪੜੇ ਭਿੱਜ ਗਏ, ਖੜੀਆ ਵੀ ਸਿੱਜ ਗਿਆ, ਹੁਣ ਪਾਲਾ ਵੀ ਆ ਗਿਆ। ਹੇਠੋਂ ਪੈਰ ਤਿਲਕਣ, ਉੱਤੋਂ ਕਣੀਆਂ ਵੱਜਣ, ਚੁਫੇਰੀਓਂ ਪੌਣ ਸਰੀਰ ਦੀ ਗਰਮੀ ਉਡਾਈ ਜਾਵੇ। ਹੇ ਵਾਹਿਗੁਰੂ, ਇਸ ਵੇਲੇ ਕੀ ਹੋਵੇ? ਦਿਲ ਨੇ ਬਥੇਰਾ ਤਾਂਗਿਆ, ਅੱਖਾਂ ਨੇ ਆਪਾ ਪਾੜ ਕੇ ਵੀ ਚੁਫੇਰੇ ਦੂਰ ਤੱਕ ਨਜ਼ਰ ਦੌੜਾਈ, ਪਰ ਕੋਈ ਠਾਰ ਨਜ਼ਰ ਨਾ ਆਈ। ਠਾਰ ਬਿਨਾਂ ਠਹਿਰਨਾ ਅਫਲ ਸੀ ਤੇ ਟੁਰੇ ਜਾਣਾ ਕਦਮ-ਕਦਮ ਤੇ ਖੇਚਲ ਨੂੰ ਵਧਾਈ ਜਾਂਦਾ ਸੀ। ਹਾਂ, ਟੁਰੇ ਜਾਣ ਵਿੱਚ ਠਹਿਰਨ ਨਾਲੋਂ ਇੱਕ ਸੁਭਿਤਾ ਸੀ ਕਿ ਸਰੀਰ ਦੀ ਨਿੱਘ ਜਿੰਨੀ ਕੁ ਉੱਡਦੀ ਸੀ, ਉਨੀ ਕੁ ਅੰਦਰੋਂ ਹੋਰ ਪੈਦਾ ਹੁੰਦੀ ਜਾਂਦੀ ਸੀ ਤੇ ਕੁਝ ਜ਼ਿੰਦਗੀ ਦੀ ਡੋਰ ਟੁਰੀ ਰਹਿਣ ਦੀ ਆਸ ਹੋ ਸਕਦੀ ਸੀ। ਪਰੰਤੂ ਹੁਣ ਹੱਡਾਂ ਵਿੱਚ ਥਕਾਨ ਪ੍ਰਤੀਤ ਦੇਣ ਲੱਗ ਪਿਆ, ਜੋ ਟੁਰਨੇ ਨੂੰ ਵੀ ਭਾਰੂ ਕਰੀ ਜਾਂਦਾ ਸੀ। ਇਸ ਤਰ੍ਹਾਂ ਦੇ ਕਸ਼ਟ ਝੱਗਦਿਆਂ ਇੱਕ ਬੁਰਜੀ ਜਿਹੀ ਨਜ਼ਰ ਪਈ। ਦਿਲ ਨੇ ਚਾਹਿਆ ਕਿ ਇਹ ਕਿਤੇ ਨਿੱਗਰ ਬੁਰਜੀ ਨਾ ਹੋਵੇ। ਸਾਈਂ ਕਰੇ ਜੋ ਕੋਈ ਮੰਦਰ, ਸਮਾਧ ਜਾਂ ਮਕਬਰਾ ਹੋਵੇ, ਜੋ ਮੈਨੂੰ ਇਸ ਔਖ ਤੋਂ ਛੁਟਕਾਰਾ ਮਿਲੇ। ਅੱਖਾਂ ਨੇ ਸੇਧ ਬੱਧੀ, ਪੈਰਾਂ ਨੇ ਹੀਲਾ ਕੀਤਾ, ਮਨ ਨੇ ਸੁੱਖਾਂ ਸੁਖੀਆਂ। ਉਹ ਗੁੰਬਦ ਆ ਗਿਆ, ਭਾਗ ਚੰਗੇ ਸਨ, ਉਹ ਨਿੱਗਰ ਬੁਰਜੀ ਨਾ ਨਿਕਲੀ। ਇੱਕ ਬੂਹਾ ਸੀ, ਜਿਸ ਨੂੰ ਚੂਥੀ ਤਖਤਾ ਨਹੀਂ ਸੀ, ਪਰ ਅੰਦਰ ਖੁੱਲੇ ਬੈਠਣ ਤੇ ਗੋਡੇ ਜੋੜ ਕੇ ਲੇਟਣ ਜੋਗੀ ਥਾਂ ਸੀ। ਪਹਿਲੇ ਤਾਂ ਕਦਮ ਧਰਦਿਆਂ ਕਿਸੇ ਬੀਤ ਚੁੱਕੇ ਸਮੇਂ ਦੇ ਕਿਸੇ ਭਲੇ ਪੁਰਖ ਦੀ ਵਿਭੂਤੀ ਦੇ ਆਰਾਮ ਅਸਥਾਨ ਹੋਣ ਦੇ ਅਦਬ ਨੇ ਮਨੇ ਕੀਤਾ ਕਿ ਕਦਮ ਸੰਭਾਲ ਕੇ ਰੱਖ, ਪਰ ਫੇਰ ਉਸ ਭਲਿਆਈ ਦੇ ਖਿਆਲ ਨੇ ਆਖਿਆ ਕਿ ਜਿਉਂਦਿਆਂ ਜਿਹੜੇ ਸੁੱਖ ਦੇ ਕੇ ਭਲੇ ਅਖਾਏ, ਉਹ ਮਰ ਕੇ ਆਪਣੇ ਦੁਆਰੇ ਆਏ ਅਤਿਥੀ ਦੇ ਦੁੱਖ ਦੂਰ ਕਰਨੋਂ ਕਦ ਪਰੇ ਹਟਣਾ ਪਸੰਦ ਕਰਨਗੇ। ਇਹ ਵਿਚਾਰ ਕੇ ਮੈਂ ਵਧਵੇਂ ਛੱਜੇ ਹੇਠ ਆ ਖੜੋਤਾ, ਜੁੱਤੀ ਲਾਹੀ, ਕੱਪੜੇ ਉਤਾਰ ਕੇ ਰੱਖੇ, ਖੜੀਆ ਖੋਲਿਆ। ਬਾਹਰਲਾ ਹਿੱਸਾ ਭਿੱਜ ਚੁੱਕਾ ਸੀ, ਪਰ ਅੰਦਰੋਂ ਇੱਕ ਚਾਦਰ, ਕਛਹਿਰਾ, ਕੁੜਤਾ ਤੇ ਦੁਪੱਟਾ ਕੁਝ ਸੁੱਕੇ ਨਿਕਲ ਆਏ। ਪਿੰਡਾ ਪੂੰਝ ਕੇ ਇਹ ਟੱਲੇ ਲਾ ਲਏ ਤੇ ਉਸ ਨਿੱਕੇ ਜਿਹੇ ਅੰਦਰ ਜਾ ਡੇਰਾ ਲਾਇਆ। ਨਿੱਘ ਆ ਗਈ ਸਰੀਰ ਨੂੰ, ਕੁਝ ਸੁੱਖ ਹੋ ਗਿਆ। ਪਾਲੇ ਤੇ ਪੈਂਡੇ ਵੱਲੋਂ ਜਾਂ ਧਿਆਨ ਮੁੜਿਆ ਤਾਂ ਆਪਣੇ ਸੁੱਖ ਵੱਲ ਆ ਗਿਆ, ਸੁੱਖ ਵੱਲੋਂ ਸੁੱਖ ਦੇ ਕਾਰਨ ਵੱਲ ਜਾ ਪਿਆ। ਆਹ, ਜੇ ਥਾਂ ਨਾ ਲੱਜਦਾ ਤਾਂ ਰੱਬ ਜਾਣੇ ਮੇਰਾ ਕੀ ਹਾਲ ਹੁੰਦਾ ਕਿ ਸੁਭਾਗੇ ਹੱਥਾਂ ਨੇ ਥਾਂ ਬਣਾਇਆ ਹੋ। ਕੀ ਜਾਣੀਏ ਮੇਰੀ ਹੀ ਜਾਨ ਰੱਖਿਆ ਕਰਨ ਲਈ ਕਿਸੇ ਨੇ ਕਿਸੇ ਬੀਤ ਗਏ ਸਮੇਂ ਇਹ ਮਸਾਲਾ ਇਕੱਠਾ ਕਰਾਇਆ ਹੋ। ਹੁਣ ਸੋਚ ਫੁਰੀ ਕਿ ਇਹ ਗੁਰਦੁਆਰਾ ਵੀ ਨਹੀਂ, ਮੰਦਰ ਵੀ ਨਹੀਂ, ਸਮਾਧੀ ਵੀ ਨਹੀਂ ਜਾਪਦੀ, ਹੈ ਤਾਂ ਕੀ ਹੈ? ਫੇਰ ਮਨ ਨੇ ਕਿਹਾ, ਬੂਟੇ ਗਿਣਨ ਨਾਲ ਕੀ ਕੰਮ ਹੈ, ਅੰਬ ਛਕਣੇ ਚਾਹੀਦੇ। ਸੁੱਖ ਮਿਲ ਗਿਆ ਤੇ ਸਾਈਂ ਨੇ ਦਿੱਤਾ ਹੈ, ਸ਼ੁਕਰ ਕਰ, ਤੇ ਜਿੰਨੀ ਕੁ ਥਾਂ ਆਇਆ ਦੇਵੇ ਉਹਨਾਂ ਕੁ ਨਿਸਲ ਹੋ ਜਾ। ਜਾਂ ਨਿਸਲ ਹੋਇਆ ਤਾਂ ਥੋੜੇ ਹੀ ਚਿਰ ਵਿੱਚ ਚੂਨੇ ਗੱਚ ਕੰਧਾਂ ਤੇ ਡਾਟ ਵਾਲੀ ਛੱਤ ਦੀ ਸੁਫੈਦੀ ਉੱਤੇ ਫਿਰਦੀ ਨਜ਼ਰ ਭਰੇਰੀ ਹੋ ਕੇ ਅੱਖਾਂ ਵਿੱਚ ਮੁੜੀ ਤੇ ਪੁਤਲੀਆਂ ਥਾਣੀ ਥੱਲੇ ਲੈ ਕੇ ਮੈਨੂੰ ਨੀਂਦ ਵਿੱਚ ਸੁਆਲ ਗਈ। ਜਦ ਮੈਂ ਸੌਂ ਗਿਆ ਤਾਂ ਉਸ ਥਾਂ ਵਿੱਚ ਚਾਨਣਾ ਹੋ ਗਿਆ ਅਤੇ ਉਸ ਚਾਨਣੇ ਵਿੱਚ ਕੁਝ ਸੂਰਤ ਦਾ ਭੁਲਾਵਾ ਪੈਣ ਲੱਗ ਪਿਆ। ਪਰ ਮਗਰੋਂ ਇੱਕ ਚੰਗੀ ਨੁਹਾਰ, ਚਿੱਟੇ ਰੰਗ ਦੀ ਸੁਡੌਲ ਗੀਲ ਦੀ ਇਸਤਰੀ ਨਜ਼ਰ ਪਈ, ਜਿਸ ਦੇ ਚਿਹਰੇ ਤੇ ਸੁੱਖ ਦੀ ਚਮਕ ਤੇ ਸ਼ਾਂਤੀ ਦੀ ਦਮਕ ਸੀ। ਅੱਖਾਂ ਸਾਫ਼, ਉੱਚੀਆਂ ਤੇ ਪਿਆਰ ਨਾਲ ਭਰੀਆਂ ਹਨ। ਮੈਨੂੰ ਆਖਣ ਲੱਗੀ, ਹੇ ਸੁੱਖਾਂ ਦੇ ਪਿਆਰੇ, ਕੁੱਠਿਆਂ ਦੇ ਅਸਥਾਨ ਵਿੱਚ ਬੇਅਦਬੀ ਨਾਲ ਕਿਉਂ ਪਿਆ ਹੈ? ਜੇ ਸਾਈਂ ਨੇ ਤੈਨੂੰ ਇਹ ਥਾਂ ਦੱਸਿਆ ਸੀ, ਉਸ ਦਾ ਨਿਤ ਕਰਨ ਵਾਲਾ ਕੀਰਤਨ ਵੀ ਨਹੀਂ ਕੀਤਾ ਹੈ ਤੇ ਸੌਣ ਦੀ ਪੈ ਗਈ ਆ। ਸ਼ੁਕਰ ਤੋਂ ਬਿਨਾਂ ਬੰਦਾ ਨਹੀਂ, ਬੰਦਾ ਮੰਦਾ ਹੈ। ਅੱਜ ਦੇ ਖੇਦ ਤੇ ਖੇਦ ਵਿੱਚ ਸੁੱਖ ਦੀ ਚਾਹ ਤੇ ਨਿਰਾਸ਼ਾ ਵਿੱਚ ਸੁੱਖ ਦੀ ਪ੍ਰਾਪਤੀ ਨੇ ਸੁੱਖ ਮਾਣਨ ਵੱਲ ਇੰਨਾ ਖਿੱਚ ਲਿਆ ਹੈ ਕਿ ਤੈਨੂੰ ਰਹਿਰਾਸ ਪੜ੍ਹਨੀ ਵੀ ਭੁੱਲ ਗਈ ਤੇ ਸੋਹਿਲਾ ਵੀ ਯਾਦ ਨਾ ਰਿਹਾ। ਪ੍ਰੇਮ ਦੇ ਰਸਤੇ ਵਿੱਚ ਇਸ ਤਰ੍ਹਾਂ ਬੇਅਦਬ ਹੋ ਜਾਣਾ ਤੇ ਫਿਰ ਇਲਾਹੀ ਭੇਤਾਂ ਦੇ ਪਰਦੇ ਪਾੜਨ ਦੇ ਸੰਕਲਪ ਲੈ ਕੇ ਸੌਂ ਜਾਣਾ, ਰੱਬ ਜੀ ਨਾਲ ਪਿਆਰ ਹੈ ਕਿ ਆਪਣੀ ਅਕਲ ਨੂੰ ਵਾਕਫੀ ਨਾਲ ਮਾਲਾਮਾਲ ਕਰਨੇ ਦਾ ਲੱਭ ਹੈ? ਫਰੀਦਾ, ਜਾਂ ਲੱਭ ਤੇ ਨੇ ਕਿਆ, ਲੱਭ ਤੇ ਕੂੜਾ ਨੇ। ਮੈਂ ਕਿਹਾ, ਜੀ ਸੱਚ ਹੈ, ਮੇਰਾ ਪ੍ਰੇਮ ਐਸਾ ਹੀ ਹੈ, ਪ੍ਰੇਮ ਨਹੀਂ ਲੱਭ ਹੈ। ਪਰ ਹੁਣ ਮਾਲਿਕ ਨੂੰ ਬਿਰਦ ਦੀ ਲਾਜ ਹੈ, ਜਿਸ ਤੇ ਸਦਾਉਂਦੇ ਹਾਂ, ਜੇ ਕੁਝ ਆਸ ਹੋ ਸਕਦੀ ਹੈ ਤਾਂ ਐਸੇ ਵਿੱਚ। ਇਹ ਕਹਿੰਦਿਆਂ ਮੈਨੂੰ ਪਛਤਾਵੇ ਤੇ ਵਿਰਾਗ ਨੇ ਖਿੱਚ ਲਿਆ ਅਰ ਆਪਣੇ ਨਿਕਾਰੇ ਹੋਣ ਦਾ ਨਕਸ਼ਾ ਅੱਖਾਂ ਅੱਗੇ ਆ ਖੜੋਤਾ। ਇਸੇ ਹਾਲ ਵਿੱਚ ਮੈਂ ਸਾਂ ਕਿ ਆਕਾਸ਼ ਵਿੱਚੋਂ ਧੁੰਨ ਉੱਠੀ ਅਰ ਸੋਦਰ ਦੀ ਚੌਂਕੀ ਲੱਗੀ ਹੋਏ ਮਾਲੂਮ ਹੋਈ। ਕਾਨੂੰ ਕਦੇ ਐਸੀ ਸੁਰੀਲੀ, ਮਿੱਠੀ, ਪਿਆਰੀ ਤੇ ਰਸ ਭਰੀ ਸੁਰ ਵਿੱਚ ਇਹ ਚੌਂਕੀ ਸੁਣੀ ਸੀ। ਚੌਂਕੀ ਦਾ ਭੋਗ ਪੈ ਕੇ ਉਸੇ ਤਰ੍ਹਾਂ ਦੀ ਪਿਆਰੀ ਸੁਰ ਵਿੱਚ ਰਹਿਰਾਸ ਦਾ ਪਾਠ ਤੇ ਆਰਤੀ ਦਾ ਉਚਾਰ ਸੁਣਿਆ। ਕੌਣ ਕਰਦੇ ਸਨ ਤੇ ਉਹ ਕਿੱਥੇ ਬੈਠੇ ਸਨ, ਇਹ ਨਹੀਂ ਦਿਸਦਾ ਸੀ। ਇਉਂ ਹੀ ਲੱਗਦਾ ਸੀ ਕਿ ਪੌਣ ਨੂੰ ਜੀਭ ਲੱਗ ਗਈ ਹੈ। ਪਲ ਮਗਰੋਂ ਉਹ ਚਾਨਣੇ ਵਾਲੀ ਸੂਰਤ ਫੇਰ ਨਜ਼ਰ ਆਈ। ਮੈਂ ਆਖਿਆ, ਕੀ ਮੈਂ ਪੁੱਛ ਸਕਦਾ ਹਾਂ ਕਿ ਇਹ ਉਜਾੜ ਵਿੱਚ ਮੰਦਰ ਕੈਸਾ ਹੈ?
ਤਦ ਉਸ ਭਾਗ ਭਰੀ ਨੇ ਕਿਹਾ, ਭਲੇ ਪੁਰਖ, ਇਹ ਬੁੱਧ ਮਤ ਦੇ ਸਾਧੂਆਂ ਦੇ ਸਮੇਂ ਦਾ ਇੱਕ ਮੱਠ ਹੈ, ਜਿੱਥੇ ਉਹਨਾਂ ਦੇ ਮਤ ਦਾ ਇੱਕ ਤਤੀਗੂ ਸਾਧੂ ਬੈਠ ਕੇ ਤਪ ਕਰਿਆ ਕਰਦਾ ਸੀ। ਤੰਗ ਇਸ ਵਾਸਤੇ ਹੈ ਕਿ ਉਹ ਕਦੀ ਗਾਫਿਲ ਹੋ ਕੇ ਸੌ ਨਾ ਸਕੇ। ਸਦੀਆਂ ਬੱਧੀ ਇਸ ਨਿੱਕੇ ਜਿਹੇ ਥਾਂ ਵਿੱਚ ਕਈ ਵੱਡੀਆਂ ਜਿੰਦਾਂ ਆਪਣੇ ਸਰਕਸ਼ ਮਨਾਂ ਨੂੰ ਸੋਧਣ ਲਈ ਨਿਵਾਸ ਕਰ ਗਈਆਂ ਹਨ। ਸਮੇਂ ਪਲਟ ਗਏ, ਉਹ ਬੁੱਧ ਦੀ ਸਫਾ ਵਲੇਟੀ ਗਏ। ਜਿਸ ਦੇਸ਼ ਨੇ ਉਸ ਨੂੰ ਜਨਮ ਦਿੱਤਾ ਸੀ, ਉਸ ਨੇ ਉਸ ਨੂੰ ਦੋਸ਼ ਨਿਕਾਲਾ ਦੇ ਦਿੱਤਾ ਤੇ ਉਹ ਬੂਟਾ ਪਰਦੇਸਾਂ ਵਿੱਚ ਜਾ ਪਰਫਲਿਆ। ਇਸ ਤਰ੍ਹਾਂ ਦੇ ਉਹਨਾਂ ਦੇ ਅਸਥਾਨ ਕੁਝ ਸਮੇਂ ਨੇ ਘੇਰ ਦਿੱਤੇ, ਕੁਝ ਮੁਸਲਮਾਨ ਹੱਲੇ ਕਰਨ ਵਾਲਿਆਂ ਨੇ ਖੇਰੂ ਕਰ ਦਿੱਤੇ। ਇਹ ਥਾਂ ਵੀ ਖੰਡਰਾਂ ਦੇ ਸਰੂਪ ਵਿੱਚ ਪਲਟ ਰਹੀ ਸੀ ਕਿ ਕੁਦਰਤ ਨੇ ਇਸ ਨੂੰ ਮੁਰੰਮਤ ਦੇ ਹੱਥ ਲੁਆ ਕੇ ਫੇਰ ਬਣਵਾ ਦਿੱਤਾ। ਇਸੇ ਦੇ ਢੇਰ ਵਿੱਚ ਕਲਸ ਗੁੰਬਜ਼ ਦੇ ਇੱਟਾਂ ਪੱਥਰ ਮਿਲ ਗਏ ਤੇ ਉਹ ਡਿੱਗੇ ਹੋਏ ਮਸਾਲੇ ਕੁਝ ਨਵੇਂ ਲੈ ਕੇ ਫੇਰ ਆਪਣੇ ਥਾਂ ਤੇ ਖੜੇ ਹੋਏ ਇਸ ਨੂੰ ਮੁੜ ਜਾਨ ਪਾ ਗਏ। ਬਸ ਹੁਣ ਇਹ ਸਾਰੀ ਗੱਲ ਜਾਣ ਕੇ ਤੇਰੇ ਮਨ ਦੀ ਹੈਰਾਨੀ ਠੰਡੀ ਹੋ ਗਈ ਹੈ ਜਾਂ ਮਨੁੱਖ ਦੇ ਸੁਭਾਅ ਵਾਂਗ ਇੱਕ ਜਿੱਤ ਦੇ ਬਾਅਦ ਹੋਰ ਬਖੇੜੇ ਵਿੱਚ ਪੈ ਕੇ ਨਵੀਂ ਜਿੱਤ ਦੇ ਯਤਨ ਵਿੱਚ ਲੱਗਣ ਵਾਂਗੂ ਹੋਰ ਹੈਰਾਨੀ ਵਿੱਚ ਜਾ ਪਈ ਹੈ? ਮੈਂ ਕਿਹਾ, ਸੱਚ ਤਾਂ ਇਹੋ ਹੈ ਕਿ ਹੁਣ ਮੇਰਾ ਜੀ ਇਹ ਚਾਹੁੰਦਾ ਹੈ ਕਿ ਇਹ ਵੀ ਜਾਣਾ ਕਿ ਇਸ ਡਿੱਗੇ ਪਏ ਨੂੰ ਕਿਸ ਮੁਰਾਦ ਨਾਲ ਕਿਸੇ ਸੰਸਾਰੀ ਹੱਥ ਨੇ ਫੇਰ ਉਠਾਇਆ ਔਰ ਉਸ ਵਿੱਚ ਆਪ ਦਾ ਕੀ ਹਿੱਸਾ ਹੈ। ਹੱਸ ਕੇ ਪਰ ਪਿਆਰ ਨਾਲ ਉਸ ਪਰੀ ਤੋਂ ਵੀ ਪਿਆਰੀ ਸੂਰਤ ਨੇ ਕਿਹਾ, ਹੇ ਰਾਹੀ, ਆਦਮੀ ਜਾਣਨ ਲਈ ਤਾਂ ਬਹੁਤ ਉਤਾਵਲਾ ਹੈ, ਪਰ ਕਾਸ਼ ਕਦੇ ਜਿੰਨਾ ਕੁ ਜਾਣ ਲੈਂਦਾ ਹੈ ਉਨੀ ਕੁ ਕਮਾਈ ਵੀ ਕਰੇ। ਹਾਂ, ਹਰ ਗੱਲ ਨੂੰ ਜਾਣ ਕੇ ਅਕਲ ਦੇ ਮੰਦਰ ਕੋਠੇ ਸਾਰੇ ਪਰ ਘਟਦਾ ਹੈ, ਪਰ ਉਸ ਜਾਣਨ ਨਾਲ ਇਹ ਕੰਮ ਨਹੀਂ ਕਰਦਾ ਕਿ ਜੋ ਕੁਝ ਜਾਣਿਆ ਹੈ ਸੋ ਕੁਝ ਕਰੇ ਵੀ, ਤਾਂ ਜੋ ਸੋਈਓ ਕੁਝ ਹੋ ਜਾਵੇ। ਫੇਰ ਅੰਦਰਲਾ ਜਾਣਨਹਾਰ ਜਾਣ ਜਾਵੇ ਕਿ ਆਪਣੇ ਜਾਣਨ ਅਰ ਜਾਣੀ ਹੋਈ ਤੇ ਜਾਣਨ ਗੋਚਰੀ ਦਾ ਮੈਂ ਤਾਂ ਜਾਣਨ ਵਾਲਾ ਹਾਂ ਅਰ ਐ ਅਸੰਗ ਹਾਂ ਤੇ ਅਸੰਗ ਹੋ ਕੇ ਸੁਤੰਤਰ ਹਾਂ ਤੇ ਸੁਤੰਤਰ ਹੋਣ ਕਰਕੇ ਖੁਸ਼ ਹਾਂ। ਹੇ ਰਾਹੀ, ਹੇ ਪਰਾਹੁਣੇ, ਤੇਰੇ ਆਦਰ ਖਾਤਰ ਮੈਂ ਤੈਨੂੰ ਵਿਥਿਆ ਸੁਣਾਉਂਦੀ ਹਾਂ, ਸੁਣੀ ਤੇ ਸਮਝੀ। ਇਹ ਰਾਮ ਕਹਾਣੀ ਲੰਮੀ ਹੈ ਤੇ ਰਤਾ ਡੂੰਗੀ ਹੈ। ਜੇ ਹਰਿਆਣੀ ਨਾਲ ਸੁਣੇਗਾ ਤਾਂ ਕੁਝ ਨਾ ਜਾਣੇਗਾ, ਪਰ ਜੇ ਪ੍ਰੀਤ ਨਾਲ ਧਿਆਨ ਜੋੜ ਕੇ ਸੁਣੇਗਾ ਤਾਂ ਸਮਝੇਗਾ ਕਿ ਇਸ ਟਿਕਾਣੇ ਕੀ ਬੀਤੀ ਸੀ ਤੇ ਤੂੰ ਉਸ ਤੋਂ ਕੀ ਲਾਭ ਲੈ ਸਕਦਾ ਹੈ। ਇਸ ਨਾਲ ਮੇਰੀ ਵਿਥਿਆ ਜੁੜੀ ਹੈ, ਸੋ ਮੈਂ ਆਪਣੇ ਹਾਲ ਤੋਂ ਮੁੱਢ ਕਰਦੀ ਹਾਂ। ਮੇਰਾ ਸਰੀਰ ਰਾਜਸੀ ਘਰ ਵਿੱਚ ਜੰਮਿਆ। ਮੇਰਾ ਪਿਤਾ ਇਸ ਤਪੇ ਦਾ ਮਾਲਕ ਸੀ ਅਤੇ ਆਪਣੇ ਜ਼ੋਰ ਤੇ ਬਲ ਨਾਲ ਉਦਾਲੇ ਦੇ ਸਾਰੇ ਤਪੇ ਤੇ ਹੁਕਮ ਕਰਦਾ ਸੀ। ਲਾਗ ਦੇ ਲੋਕਾਂ ਤੇ ਹੋਰ ਕੁਲਾਂ ਦੇ ਸਿਰ ਕੱਢਾਂ ਵਿੱਚ ਸਦਾ ਫਤਿਹ ਪਾਉਣ ਕਰਕੇ ਰਾਠ ਕਹਾਉਂਦਾ ਸੀ। ਮੇਰਾ ਸਰੀਰ ਉਸਦੇ ਘਰ ਬਹੁਤ ਸਿੱਕਾਂ ਦੇ ਮਗਰੋਂ ਆਉਣ ਕਰਕੇ ਸਾਰੇ ਪਰਿਵਾਰ ਵੱਲੋਂ ਪਿਆਰ ਨਾਲ ਦੁਲਾਰਿਆ ਜਾਂਦਾ ਸੀ। ਸਮੇਂ ਵਿੱਚ ਤਾਂ ਕੁਝ ਡਰ ਕਰਕੇ, ਕੁਝ ਰੀਸ ਕਰਕੇ ਤੇ ਕੁਝ ਵਡਿਆਈ ਕਰਕੇ ਪਰਦਾ ਪਰਵਰਿਤ ਹੋ ਗਿਆ ਸੀ, ਪਰ ਪਿਤਾ ਦੇ ਪੁਜਬਲ ਦੇ ਤਾਣ ਮੈਂ ਨਿਰਪੈ ਸਾਂ ਤੇ ਆਪਣੀ ਪੁਰਾਣੀ ਕੁਲਾ ਰੀਤ ਮੁਜਬ ਸੁਤੰਤਰ ਸਾਂ। ਘੋੜਿਆਂ ਤੇ ਚੜੀ ਇਨ੍ਹਾਂ ਜੰਗਲਾਂ ਵਿੱਚ ਖੁਸ਼ ਫਿਰਦੀ ਸਾਂ, ਸ਼ਿਕਾਰ ਵੀ ਖੇਡਦੀ ਸਾਂ, ਨਿਸ਼ਾਨੇ ਫੁੰਡਦੀ ਤੇ ਨੇਜ਼ੇ ਵੀ ਪਰੋਂਦੀ ਸਾਂ। ਖੁੰਡੀ ਦੀ ਖੇਡ ਤੇ ਖਿੱਦੋ ਪੱਟੀ ਸਖੀਆਂ ਦੇ ਝੁੰਡ ਬਣਾ ਕੇ ਖੇਡਿਆ ਕਰਦੀ ਸਾਂ। ਗੱਲ ਕੀ ਮੇਰੇ ਲਈ ਸੰਸਾਰ ਸੁੱਖਾਂ ਤੇ ਮੌਜਾਂ ਦਾ ਇੱਕ ਅਖਾੜਾ ਸੀ। ਸਵੇਰ ਤੋਂ ਰਾਤ ਤੱਕ ਹੱਸਣਾ, ਖੇਡਣਾ, ਖਾਣਾ, ਦਾਤਾਂ ਦੇਣੀਆਂ, ਛੇੜਨਾ, ਮੌਜਾਂ ਵਿੱਚ ਮੱਤੇ ਦੌੜਨਾ, ਸੁੱਖਾਂ ਨਾਲ ਬੈਠਣਾ, ਜਿਉਂ ਕਿ ਸੌਣਾ। ਕੋਈ ਐਸਾ ਨਹੀਂ ਸੀ ਜੋ ਮੇਰੇ ਸੁੱਖ ਵਿੱਚ ਬੁਰਾ ਮੰਨਦਾ ਜਾਂ ਜੇ ਮੰਨਦਾ ਤਾਂ ਕੁਝ ਬਿਰਖ ਸਕਦਾ। ਮਾਂ ਦੀ ਮੈਂ ਲਾਡਲੀ ਸਾਂ ਤੇ ਮਾਂ ਮੇਰੀ ਮੇਰੇ ਪਿਤਾ ਦੀ ਅਤੀ ਪਿਆਰੀ ਵਹੂਤੀ ਸੀ, ਇਸ ਕਰਕੇ ਪਿਤਾ ਨੂੰ ਮੈਂ ਵਧੀਕ ਦੁਲਾਰੀ ਸਾਂ। ਮਾਤਾ-ਪਿਤਾ ਦੀ ਇੱਕੋ ਇੱਕ ਬੱਚੀ ਹੋਣ ਕਰਕੇ ਤਪੇ ਪਰ ਵਿੱਚ ਮੇਰੇ ਵਰਗਾ ਕੌਣ ਸੀ। ਪ੍ਰਜਾ ਪਰ ਮੈਂ ਵੱਡੀ ਸਾਂ ਤੇ ਮੇਰੇ ਵੱਡੇ ਮੇਰੇ ਪਿਆਰ ਦੇ ਕਾਰਨ ਮੇਰੇ ਸਿਰ ਤੇ ਪੈ ਦਾ ਕੁੰਡਾ ਨਹੀਂ ਧਰ ਸਕਦੇ ਸੀ। ਇਨ੍ਹਾਂ ਰੰਗਾਂ ਤੇ ਮੌਜਾਂ ਵਿੱਚ 18 ਹੁਨਾਲੇ ਤੇ 18 ਸਿਆਲ ਬੀਤ ਗਏ। ਨਾ ਪੁੰਨ ਤੇ ਨਾ ਪਾਪ ਦੀ ਮੈਨੂੰ ਸਾਰ ਪਈ, ਨਾ ਇਸਤਰੀ ਤੇ ਆਦਮੀ ਦਾ ਕੋਈ ਡੂੰਘਾ ਫਰਕ ਮੇਰੇ ਆਤਮਾ ਤੇ ਪਿਆ। ਮੇਰੇ ਜਾਣੇ ਦੁਨੀਆ ਸੁੱਖਾਂ ਖੇਲਾਂ ਦਾ ਥਾਂ ਸੀ ਅਰ ਜੋ ਕੁਝ ਦਿਸਦਾ ਸੀ ਸਭ ਮੇਰੇ ਆਰਾਮ ਲਈ ਬਣਿਆ ਦਿਸਦਾ ਸੀ। ਮੈਂ ਸਾਰਾ ਦਿਨ ਹੱਸਦੀ, ਹਰੇਕ ਸਖੀ ਨਾਲ ਚੁਹਲ ਕਰਦੀ ਤੇ ਇਸ ਤਰ੍ਹਾਂ ਫਿਰਦੀ ਸਾਂ ਜਿਸ ਤਰ੍ਹਾਂ ਬਨਾਂ ਵਿੱਚ ਹਰਨੌਟੇ ਚੌਕੜੀਆਂ ਭਰਦੇ ਹਨ। ਜਦੋਂ ਮੈਂ ਰਾਤ ਨੂੰ ਘਰ ਆਈ ਤਾਂ ਮਾਂ ਦੀ ਗੋਦ ਵਿੱਚ ਜਾ ਬੈਠੀ ਤੇ ਕੂਕੀ, ਅੰਮੀਏ ਟੁੱਕ ਖਵਾਲ। ਉਸਨੇ ਕੁੱਟ-ਕੁੱਟ ਕੇ ਛਾਤੀ ਨਾਲ ਲਾਉਣਾ ਤੇ ਨਿਆਣਿਆਂ ਵਾਂਗ ਆਪ ਗਰਾਈਆਂ ਮੇਰੇ ਮੂੰਹ ਦੇ ਕੇ ਰੋਟੀ ਖਵਾਉਣੀ। ਉੱਥੋਂ ਉੱਠੀ ਦੁੱਧ ਦਾ ਛੰਨਾ ਪੀਤਾ ਤੇ ਚਣਿਓਟੀ ਪਲੰਗ ਤੇ ਤੜਮ ਛਾਲ ਮਾਰੀ, ਸਿਰਹਾਣੇ ਤੇ ਸਿਰ ਰੱਖਿਆ ਤੇ ਸੌਂ ਗਈ। ਰਾਤ ਪਰ ਪਾਸਾ ਨਹੀਂ ਕਦੇ ਲਿੱਤਾ, ਕਦੇ ਸੁਪਨਾ ਨਹੀਂ ਡਿੱਠਾ। ਸੂਰਜ ਨੂੰ ਮੈਂ ਕਦੇ ਆਪਣੇ ਤੋਂ ਪਿੱਛੋਂ ਨਹੀਂ ਜਾਗਣ ਦਿੱਤਾ। ਚੀਤਾਂ ਵਿੱਚੋਂ ਧੁੱਪ ਅੰਦਰ ਆਈ ਤਾਂ ਮੈਂ ਜਾਗੀ ਤਾਂ ਛਾਲ ਮਾਰ ਕੇ ਉੱਠੀ, ਝੱਟ ਲੀੜੇ ਪਾਏ ਤਾਂ ਬਾਹਰ ਘੋੜੇ ਚੜੀ, ਸਖੀਆਂ ਦਾ ਸਮਾਜ ਨਾਲ ਲਿਆ ਤੇ ਜੂਹਾਂ ਬਣਾ ਨੂੰ ਉੱਡ ਗਈ। ਬਨਾਂ ਵਿੱਚ ਹੀ ਇਸ਼ਨਾਨ,
ਉੱਥੇ ਹੀ ਖੇਡਾਂ। ਦੁਪਹਿਰ ਖਿੜ-ਖਿੜ ਹੱਸਦੀ ਖੁਸ਼ੀ ਦੇ ਖੰਭਾਂ ਤੇ ਉੱਡਦੀ ਘਰ ਆਈ ਤੇ ਉਸੇ ਤਰ੍ਹਾਂ ਖਾਂਦੀ ਪੀਂਦੀ ਹੱਸਦੀ ਬੋਲਦੀ ਸੌਂ ਗਈ। ਲੌਣੇ ਪਹਿਰ ਪਿਤਾ ਨਾਲ ਪਿਆਰ ਕਰਦੀ ਉਹਨਾਂ ਦੇ ਸਾਹਮਣੇ ਘੋੜੇ ਤੇ ਚੜ੍ਹ ਕੇ ਫੇਰ ਖੇਡਾਂ ਦੇ ਪਿੜ ਵਿੱਚ ਜਾ ਪਹੁੰਚੀ। ਰਾਤ ਪਈ ਉਸੇ ਤਰ੍ਹਾਂ ਕਬੂਤਰ ਵਾਂਗ ਗੁਟਕਦੀ ਘਰ ਆ ਗਈ। ਚਨਾਹ ਸਾਡੇ ਤੋਂ ਜ਼ਰਾ ਵਿੱਥੇ ਤੇ ਸੀ, ਪਰ ਮੇਰਾ ਬੇੜਾ ਉੱਥੇ ਵੀ ਸੀ। ਮੇਰੇ ਪਿਤਾ ਨੂੰ ਲੋਕੀ ਭੂਈ ਨਹੀਂ ਦਾ ਸਾਈਂ ਕਹਿੰਦੇ ਸਨ, ਕਿਉਂਕਿ ਦਰਿਆ ਵਿੱਚ ਵੀ ਕੋਈ ਉਸਦੇ ਅੱਗੇ ਹੁੱਤ ਨਹੀਂ ਸੀ ਕਰਦਾ। ਇੱਕ ਦਿਨ ਮੈਂ ਸ਼ਿਕਾਰ ਨੂੰ ਗਈ। ਬਹੁਤ ਦੂਰੋਂ ਜੋ ਮੈਂ ਡਿੱਠਾ ਤਾਂ ਮੈਨੂੰ ਭੁਲਾਵਾ ਪਿਆ ਕਿ ਇੱਕ ਚਿੱਤਰਾ ਬੈਠਾ ਹੈ। ਸਖੀਆਂ ਨੂੰ ਮੈਂ ਕਿਹਾ, ਤੱਕੋ ਖਾਂ ਕੀ ਹੈ? ਕਿੰਨੀਆਂ ਨੇ ਕਿਹਾ ਚਿੱਤਾ ਹੈ, ਕਿੰਨੀਆਂ ਨੇ ਕਿਹਾ ਐਵੇਂ ਪੱਥਰ ਪਿਆ ਹੈ। ਇੱਕ ਨੇ ਕਿਹਾ ਪਾੜਾ ਨਾਮੇ ਹਰਨ ਹੈ। ਇੱਕ ਨੇ ਕਿਹਾ ਜ਼ਰਾ ਅੱਗੇ ਹੋ ਚਲੋ ਤੇ ਹੋਰ ਪਛਾਣ ਕਰ ਲਵੋ। ਪਰ ਮੇਰੇ ਸਰੀਰ ਵਿੱਚ ਜੋ ਜ਼ਿੰਦਗੀ ਦੇ ਚਾਹ ਮਲਹਾਰਾਂ ਤੇ ਖੁਸ਼ੀਆਂ ਦੇ ਉਛਾਲਿਆਂ ਨਾਲ ਭਰੇ ਹੁਲਾਰੇ ਅਝਲਵੇਂ ਉੱਠਦੇ ਸਨ, ਉਹ ਇਨ੍ਹਾਂ ਗੱਲਾਂ ਦੀ ਕੀ ਪਰਵਾਹ ਕਰਦੇ ਸਨ। ਮੈਂ ਨਿਸ਼ਾਨਾ ਜਮਾ ਕੇ ਤੀਰ ਸੇਧਿਆ। ਜਦ ਮੈਂ ਚਲਾਉਣ ਲੱਗੀ ਤਾਂ ਅੱਜ ਪਹਿਲਾ ਦਿਨ ਸੀ ਕਿ ਮੇਰੇ ਜੀਅ ਵਿੱਚ ਕੁਝ ਹੋਇਆ, ਜਿਸ ਨੂੰ ਮੈਂ ਉਦੋਂ ਤਾਂ ਨਹੀਂ ਸੀ ਜਾਣਦੀ, ਪਰ ਪਿੱਛੋਂ ਪਤਾ ਲੱਗਾ ਕਿ ਉਹ ਡਰ ਸੀ। ਤੀਰ ਚੱਲ ਗਿਆ ਤੇ ਐਨ ਨਿਸ਼ਾਨੇ ਵਿੱਚ ਬੈਠ ਗਿਆ। ਉਹ ਜੀ ਉੱਠਿਆ ਨਹੀਂ, ਨੱਠਾ ਨਹੀਂ, ਉੱਥੇ ਹੀ ਦੋ ਕੁ ਪੁਆਟੜੀਆਂ ਲੈ ਕੇ ਬੇਹਿਲ ਹੋ ਗਿਆ। ਜਾਂ ਅਸੀਂ ਬੱਜ ਕੇ ਉੱਥੇ ਪਹੁੰਚਿਆ ਤਾਂ ਹਾਏ ਰੱਬਾ, ਮੈਂ ਕੀ ਡਿੱਠਾ ਕਿ ਉਹ ਬਨ ਪਸ਼ੂ ਨਹੀਂ ਸੀ, ਉਹ ਤਾਂ ਇੱਕ ਆਦਮੀ ਸੀ। ਆਦਮੀ ਵੀ ਉਹ ਸੀ ਜਿਸ ਜਿਹੀ ਸੂਰਤ ਮੈਂ ਅੱਗੇ ਕਦੇ ਨਹੀਂ ਸੀ ਡਿੱਠੀ। ਉਹ ਜਵਾਨ ਤਾਂ ਚੰਗਾ ਸੀ, ਜਵਾਨ ਚੰਗੇ ਤੋਂ ਚੰਗੇ ਸਾਡੇ ਦਲ ਵਿੱਚ ਵੀ ਸਨ, ਪਰ ਉਹ ਕੁਝ ਹੋਰ ਵੀ ਸੀ ਤੇ ਪਤਾ ਨਹੀਂ ਕਿ ਉਹ ਹੋਰ ਕੀ ਸੀ। ਉਹ ਕੁਝ ਐਸਾ ਚੰਗਾ ਸੀ ਕਿ ਮੈਨੂੰ ਐਉਂ ਜਾਪੇ ਜੋ ਤੀਰ ਤਾਂ ਮੈਂ ਮਾਰਿਆ ਹੈ ਇਸ ਨੂੰ, ਪਰ ਵਿੰਨੀ ਮੈਂ ਆਪ ਗਈ ਹਾਂ। ਕਦੇ ਪਿਤਾ ਤੇ ਮਾਂ ਐਡੇ ਚੰਗੇ ਨਹੀਂ ਸਨ ਲੱਗੇ, ਕਦੇ ਖੇਡਾਂ ਤੇ ਸ਼ਿਕਾਰ ਐਡੇ ਚੰਗੇ ਨਹੀਂ ਸਨ ਲੱਗੇ, ਨਾ ਹੀ ਕਦੇ ਸਹੇਲੀਆਂ ਇੰਨੀਆਂ ਮਿੱਠੀਆਂ ਲੱਗੀਆਂ ਸਨ ਜਿੱਡਾ ਚੰਗਾ ਉਹ ਲੱਗਾ। ਮੇਰੇ ਵੱਸ ਨਹੀਂ ਰਿਹਾ। ਮੈਂ ਜੋ ਸਭ ਤੋਂ ਉੱਚੀ ਆਪ ਨੂੰ ਜਾਣਦੀ ਸਾਂ, ਬੇਵਸ ਉਸਦੇ ਅੱਗੇ ਚੁਪਹਾਲ ਡਿੱਗ ਪਈ। ਹਾਂ, ਮੇਰਾ ਅਝੁਕ ਸਿਰ ਝੁਕ ਗਿਆ, ਮੇਰੇ ਅਜੁੜੇ ਹੱਥ ਜੁੜ ਗਏ, ਅਰ ਜੋ ਗੱਲ ਮੇਰੇ ਤੇ ਅੱਗੇ ਕਦੇ ਨਾ ਸੀ ਵਰਤੀ, ਉਹ ਅੱਜ ਆ ਵਰਤੀ। ਮੇਰੀਆਂ ਅੱਖਾਂ ਵਿੱਚੋਂ ਪਾਣੀ ਦੇ ਟੇਪੇ ਕਿਰਨ ਲੱਗ ਪਏ। ਉਸ ਮੋਹਿਨੀ ਮੂਰਤ ਦੇ ਸਰੀਰ ਵਿੱਚ ਤੀਰ ਖੁੱਭਰਿਆ ਸੀ ਤੇ ਉਸ ਤੀਰ ਦੀ ਜੜ ਵਿੱਚੋਂ ਲਹੂ ਦੀ ਧਾਰ ਵਹਿ ਰਹੀ ਸੀ। ਮੈਂ ਰੋਈ, ਕੰਬੀ। ਮੈਂ ਆਪਣੇ ਹੱਥਾਂ ਨਾਲ ਉਸ ਤੀਰ ਨੂੰ ਕੱਢਿਆ ਅਰ ਉਸ ਛੇਕ ਨੂੰ ਜੋ ਮੇਰੇ ਹੀ ਮੂਰਖ ਹੱਥਾਂ ਨੇ ਪਾਇਆ ਸੀ, ਬੰਦ ਕਰਨ ਲਈ ਕੁੱਟ ਕੇ ਫੜਿਆ। ਸਖੀਆਂ ਮੇਰੇ ਵਿੱਚ ਇਹ ਰੰਗ ਦੇਖ ਕੇ, ਜੋ ਅੱਗੇ ਕਦੇ ਨਹੀਂ ਸਨ ਡਿੱਠਾ, ਮਾੜੀ ਨੂੰ ਦੌੜੀਆਂ। ਮੈਂ ਇਕੱਲੀ ਰਹਿ ਗਈ। ਉਸ ਸੂਰਤ ਨੂੰ ਇਸ ਹਾਲ ਵਿੱਚ ਦੇਖ ਕੇ ਮੇਰਾ ਕਲੇਜਾ ਵਸ ਵਿੱਚ ਨਹੀਂ ਸੀ। ਮੈਨੂੰ ਸਮਝ ਨਹੀਂ ਸੀ ਪੈਂਦੀ, ਪਰ ਮੇਰੇ ਨੈਣਾਂ ਵਿੱਚੋਂ ਪਾਣੀ ਦੀ ਧਾਰ ਨਹੀਂ ਖੜੋਂਦੀ ਸੀ। ਮੈਂ ਚਾਹੁੰਦੀ ਸਾਂ ਜੋ ਇਹ ਇੱਕ ਵੇਰ ਅੱਖਾਂ ਖੋਲ੍ਹੇ, ਪਰ ਮੇਰਾ ਹੀਆ ਨਹੀਂ ਪੈਂਦਾ ਸੀ ਕਿ ਮੈਂ ਉਸ ਨੂੰ ਹਿਲਾਵਾਂ। ਡਰ ਆਵੇ ਜੋ ਮਤਾ ਨੀਂਦ ਵਿੱਚ ਹੋਵੇ ਤੇ ਮੇਰੇ ਬੁਲਾਇਆ ਜਾਗ ਉੱਠੇ ਤੇ ਇਸ ਨੂੰ ਫੇਰ ਪੀੜ ਹੋਵੇ। ਇਸ ਵੇਲੇ ਮੇਰਾ ਜੀ ਕਰੇ ਕਿ ਇਸ ਦੀ ਪੀੜ ਮੈਨੂੰ ਆ ਜਾਵੇ, ਇਸ ਦਾ ਲਹੂ ਬੰਦ ਹੋ ਜਾਵੇ ਤੇ ਉੱਠ ਕੇ ਬੈਠ ਜਾਵੇ ਤੇ ਮੇਰੇ ਵੱਲ ਤੱਕੇ ਕੇ ਆਖੇ, ਹੇ ਮੁਟਿਆਰੇ, ਤੇਰੇ ਅਪਰਾਧ ਦੀ ਮੈਂ ਤੈਨੂੰ ਇਹ ਸਜ਼ਾ ਦੇਣਾ ਹਾਂ ਕਿ ਸਾਰੀ ਉਮਰ ਲਈ ਤੈਨੂੰ ਆਪਣਾ ਗੋਲਾ ਬਣਾਵਾਂਗਾ। ਮੈਂ ਸੋਚਾਂ ਕਿ ਜੇ ਮੇਰਾ ਪਿਤਾ ਇਹ ਗੱਲ ਨਾ ਮੰਨੇਗਾ ਤਾਂ ਮੈਂ ਉਸ ਨੂੰ ਗਲਕੜੀ ਪਾ ਕੇ ਉਸ ਦੀ ਛਾਤੀ ਤੇ ਸਿਰ ਰੱਖ ਕੇ ਰੋ ਕੇ ਮਨਾ ਲਵਾਂਗੀ ਕਿ ਹੇ ਪਿਤਾ ਜੀ, ਮੈਂ ਇਸ ਦੀ ਬਾਂਦੀ ਹੋ ਗਈ ਹਾਂ। ਮੇਰੇ ਅਪਰਾਧ ਨੇ ਮੈਨੂੰ ਇਸ ਪਾਸ ਵੇਚ ਦਿੱਤਾ ਹੈ। ਤੁਸੀਂ ਜੇ ਰਾਜ ਭਾਗ ਸਮੇਤ ਮੈਨੂੰ ਇਸ ਦਾ ਗੋਲਾ ਬਣਾ ਦਵੋ ਤਾਂ ਵੀ ਮੇਰੀ ਪੁੱਲ ਦਾ ਬਦਲਾ ਨਹੀਂ ਮੁੱਕਦਾ ਜੇ। ਇਹ ਗੱਲ ਅੰਮੀ ਤੇ ਬਾਪੂ ਨੂੰ ਦੱਸ ਦਿਆਂਗੀ ਕਿ ਇਸ ਦੀ ਕੈਦ ਵਿੱਚ ਖਿੜੀ ਹੋਈ ਖੁਸ਼ ਤੇ ਖੁੱਲ੍ਹਾਂ ਵਾਲੀ ਆਪ ਨੂੰ ਜਾਣਾਂਗੀ। ਇਸ ਵੇਲੇ ਕੜੇਜਾ ਉੱਛਲ ਰਿਹਾ ਸੀ ਤੇ ਮੇਰਾ ਇੱਕ ਹੱਥ ਉਸਦੇ ਸਰੀਰ ਤੇ ਇਸ ਤਰ੍ਹਾਂ ਫਿਰਦਾ ਸੀ ਕਿ ਜਿਸ ਤਰ੍ਹਾਂ ਮੈਨੂੰ ਥੱਕੀ ਹੋਈ ਨੂੰ ਮੇਰੀਆਂ ਟੈਲਣਾ ਪਲੂਸਿਆ ਕਰਦੀਆਂ ਸਨ। ਕਿੰਨਾ ਚਿਰ ਐਉਂ ਲੰਘ ਗਿਆ। ਲਹੂ ਦੀ ਧਾਰ ਵਾਲੀ ਨਾੜ ਮੇਰੇ ਹੱਥ ਨੇ ਨੱਪੀ ਹੋਈ ਸੀ। ਮੇਰਾ ਦੂਸਰਾ ਹੱਥ ਉਸਦੇ ਪੈਰਾਂ ਨੂੰ ਘੁੱਟ ਰਿਹਾ ਸੀ ਕਿ ਬੇਵਸੇ ਫੇਰ ਮੇਰਾ ਸਿਰ ਉਹਨਾਂ ਪੈਰਾਂ ਤੇ ਜਾ ਪਿਆ ਔਰ ਮੇਰੇ ਚਨਾਹ ਵਾਂਗੂ ਉੱਛਲ ਰਹੇ ਨੈਣਾਂ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਧੋਤਾ। ਇਸ ਵੇਲੇ ਉਸਨੇ ਲੰਮਾ ਸਾਹ ਲਿੱਤਾ। ਮੈਂ ਸਿਰ ਚੁੱਕ ਕੇ ਦੇਖਿਆ ਤਾਂ ਉਸਨੇ ਅੱਖਾਂ ਖੋਲੀਆਂ ਸਨ। ਅੱਖਾਂ ਨੂੰ ਜਦ ਮੇਰੀਆਂ ਅੱਖਾਂ ਨੇ ਡਿੱਠਾ, ਮੇਰੇ ਸਾਰੇ ਸਰੀਰ ਵਿੱਚ ਚਰਨਾਟ ਛਿੜ ਗਈ। ਕਾਹਨੂੰ ਕਦੇ ਮੈਂ ਇਹੋ ਜਿਹੀਆਂ ਅੱਖਾਂ ਵੇਖੀਆਂ ਸਨ। ਮੈਂ ਚਾਹੁੰਦੀ ਸਾਂ ਕਿ ਆਖਾਂ, ਹੇ ਸਭ ਤੋਂ ਉੱਚੇ ਮਨੁੱਖ, ਮੈਂ ਅਣਜਾਣੇ ਤੈਨੂੰ ਵਿੰਨ ਬੈਠੀ ਹਾਂ, ਪਰ ਆਪਣਾ ਦੋਸ਼ ਆਪ ਮੰਨਦੀ ਹਾਂ। ਇਹ ਮੇਰਾ ਕਮਾਨ ਹੈ ਤੇ ਇਹ ਤੀਰ ਹੈ ਜਿਸ ਨਾਲ ਤੈਨੂੰ ਮੈਂ ਵਿੰਨਿਆ ਹੈ। ਉੱਠ ਅਰ ਮੇਰੀ ਛਾਤੀ ਇਸੇ ਨਾਲ ਵਿੰਨ ਕੱਤ, ਤੇ ਜੇ ਜਾਨ ਬਖਸ਼ੀ ਕਰੇ ਤਾਂ ਮੇਰੇ ਕੰਨ ਚੀਰ ਕੇ ਵਾਲੀ ਪਾ ਅਰ ਮੈਨੂੰ ਗੁਲਾਮ ਬਣਾ ਕੇ ਨਾਲ ਲੈ ਚੱਲ। ਮੈਂ ਸਾਰੀ ਉਮਰ ਦੀ ਤੇਰੀ ਬਾਂਦੀ ਹੋਈ। ਪਰ ਹਾਏ, ਮੇਰਾ ਸੰਗ ਰੁਕ ਗਿਆ। ਮੈਂ ਬੋਲ ਨਾ ਸਕੀ। ਮੇਰੀਆਂ ਅੱਖਾਂ ਨੇ ਜੋ ਕੁਝ ਆਖਿਆ ਸੋ ਆਖਿਆ ਅਰ ਉਸਦੀਆਂ ਅੱਖਾਂ ਨੇ ਜੋ ਵਾਚਿਆ ਸੋ ਵਾਚਿਆ। ਮੈਂ ਅਜੇ ਰੱਜ ਕੇ ਅੱਖੀਆਂ ਦੇਖੀਆਂ ਵੀ ਨਹੀਂ ਸਨ ਕਿ ਛੱਪੜ ਢਹਿ ਪਏ ਅਰ ਉਹ ਅੱਖਾਂ ਫੇਰ ਬੰਦ ਹੋ ਗਈਆਂ। ਮੇਰਾ ਪੈਰ ਕੁੱਟਣ ਵਾਲਾ ਹੱਥ ਹੁਣ ਉਸਦੇ ਚਿਹਰੇ ਤੇ ਪਹੁੰਚਾ। ਮਿੱਟੀ ਸਾਫ਼ ਕੀਤੀ, ਪੂੰਝਿਆ
ਜੇ ਕੋ ਮਾਂ ਡਾਢੇ ਚਾਵਾਂ ਵੇਲੇ ਮੇਰੇ ਚਿਹਰੇ ਤੇ ਹੱਥ ਫੇਰਦੀ ਸੀ, ਕੁਝ ਉਸ ਤਰ੍ਹਾਂ, ਤੇ ਕੁਝ ਸੰਗ ਜਿਹੀ ਵਿੱਚ ਮੈਂ ਚਿਹਰੇ ਤੇ ਹੱਥ ਫੇਰਾਂ ਤੇ ਚਾਹਾਂ ਕਿ ਇਹ ਇੱਕ ਵੇਰ ਫੇਰ ਅੱਖਾਂ ਖੋਲ ਦੇਵੇ। ਮੇਰੀ ਆਸ ਪੂਰੀ ਹੋ ਗਈ। ਅੱਖਾਂ ਖੁੱਲ ਗਈਆਂ ਅਰ ਖੁੱਲ ਕੇ ਮੇਰੀਆਂ ਅੱਖਾਂ ਵਿੱਚ ਗੱਡ ਗਈਆਂ। ਮੇਰੇ ਨੈਣ ਚਮਕਣਾ ਭੁੱਲ ਗਏ। ਉਹ ਸਵਾਦ ਇਸ ਰੰਗ ਵਿੱਚ ਆਇਆ ਕਿ ਮੈਂ ਕਦੀ ਅੱਗੇ ਨਹੀਂ ਡਿੱਠਾ ਸੀ। ਮੈਨੂੰ ਇੱਕ ਤਰ੍ਹਾਂ ਦੀ ਬੇਸੁੱਧੀ ਹੋ ਗਈ। ਕੁਝ ਚਿਰ ਲੰਘਿਆ ਤਾਂ ਮੈਨੂੰ ਮਾਲੂਮ ਹੋਇਆ ਕਿ ਬੁੱਲ ਖੁੱਲਣ ਲੱਗੇ ਹਨ ਅਰ ਆਖਣ ਲੱਗੇ ਹਨ ਕਿ ਤੂੰ ਮੇਰੀ ਗੋਲੀ ਹੈ। ਬੁੱਲ ਖੁੱਲੇ ਅਰ ਬੋਲੇ, ਪਰ ਮੈਂ ਨਹੀਂ ਸਮਝੀ ਕੀ ਬੋਲੇ। ਹਾਂ, ਮੈਨੂੰ ਜੋ ਬੋਲੇ ਉਹ ਚੇਤੇ ਹੋ ਗਿਆ। ਸੀ, ਰੀ, ਵਾ, ਹੇ, ਗੁ, ਰੂ। ਇੰਨੀ ਗੱਲ ਸੀ ਜੋ ਉਸਨੇ ਆਖੀ, ਪਰ ਮੈਂ ਉਸ ਵੇਲੇ ਨਹੀਂ ਸਮਝਦੀ ਸਾਂ ਕਿ ਇਹ ਕੀ ਆਖਦਾ ਹੈ। ਹੁਣ ਕੁਝ ਮੇਰੇ ਡਾਢੇ ਜ਼ੋਰ ਲਾਉਣ ਨਾਲ ਮੇਰੇ ਬੁੱਲ ਵੀ ਖੁੱਲੇ ਤੇ ਮੈਂ ਆਖਿਆ, ਜੀਓ ਜੀ, ਕੀ ਹੁਕਮ ਹੈ? ਪਰ ਇਸ ਦੇ ਉੱਤਰ ਤੋਂ ਪਹਿਲੇ ਬੁੱਲ ਤੇ ਨੈਣ ਫੇਰ ਬੰਦ ਹੋ ਗਏ ਅਰ ਚਿਹਰੇ ਦੇ ਰੰਗ ਵਿੱਚ ਕੁਝ ਚਿਟਿਆਸ ਹੋਰ ਆ ਗਈ। ਇੰਨੇ ਨੂੰ ਮੇਰੇ ਪਿਤਾ ਮਾਤਾ ਤੇ ਹਕੀਮ ਵੈਦ ਤੇ ਕਈ ਦਾਸ ਆ ਗਏ। ਅੱਜ ਪਹਿਲਾ ਦਿਨ ਸੀ ਕਿ ਮੇਰੇ ਚਿਹਰੇ ਵੱਲ ਵੇਖ ਕੇ ਮੇਰੇ ਮਾਤਾ-ਪਿਤਾ ਹੱਸੇ ਨਹੀਂ, ਉਦਾਸ ਹੋ ਗਏ ਤੇ ਮੈਂ ਵੀ ਰੋ ਪਈ। ਦੌੜ ਕੇ ਮੇਰੀ ਮਾਂ ਨੇ ਮੈਨੂੰ ਗੋਦ ਵਿੱਚ ਲੈ ਲਿਆ। ਉਸਦੀ ਕਾਲੀ ਦੀ ਖਿੱਚ ਨੇ ਮੇਰਾ ਹੱਥ ਛੁਟਕਾ ਦਿੱਤਾ ਅਰ ਰੁਕੇ ਹੋਏ ਲਹੂ ਦੀ ਧਾਰ ਫੁਆਰੇ ਦੀ ਤਰ੍ਹਾਂ ਮੇਰੇ ਚਿਹਰੇ ਤੇ ਵੱਜੀ। ਹਾਏ! ਅੱਜ ਪਹਿਲਾ ਦਿਨ ਸੀ ਕਿ ਮੈਂ ਆਪਣੇ ਆਪ ਨੂੰ ਮਾਂ ਦੀ ਪਿਆਰੀ ਕਲਾਈ ਤੋਂ ਛੁਡਾ ਕੇ ਉਸਨੂੰ ਧੱਕਾ ਦਿੱਤਾ ਅਰ ਛੇਤੀ ਨਾਲ ਉਸ ਲਹੂ ਦੀ ਨਾੜ ਨੂੰ ਫੇਰ ਨੱਪਿਆ, ਜਿਸ ਵਿੱਚ ਮੈਂ ਚਾਹੁੰਦੀ ਸਾਂ ਕਿ ਮੇਰਾ ਸਾਰਾ ਲਹੂ ਚਲਿਆ ਜਾਵੇ ਅਰ ਵਗ ਚੁੱਕੇ ਲਹੂ ਦਾ ਘਾਟਾ ਪੂਰਾ ਕਰ ਦੇਵੇ। ਮੈਂ ਫੇਰ ਢਿੱਲੀ ਹੋ ਕੇ ਇਸ ਤਰ੍ਹਾਂ ਲੇਟ ਜਾਵਾਂ ਕਿ ਇਹ ਜਿਵੇਂ ਪਿਆ ਹੈ ਤੇ ਇਹ ਮੇਰਾ ਸਿਰ ਚੁੱਕ ਕੇ ਆਪਣੀ ਗੋਦ ਵਿੱਚ ਰੱਖ ਕੇ ਚਿਹਰੇ ਤੋਂ ਮਿੱਟੀ ਪੂੰਝੇ। ਵੈਦ ਤੇ ਹਕੀਮ ਹੁਣ ਦੌੜ ਕੇ ਆਏ ਅਰ ਫੱਟੀ ਹੋਈ ਥਾਂ ਮੇਰੇ ਹੱਥੋਂ ਫੜਨ ਲੱਗੇ, ਪਰ ਮੇਰਾ ਹੱਥ ਉੱਥੋਂ ਹਟਦਾ ਨਹੀਂ ਸੀ। ਪਿਤਾ ਨੇ ਆਚੇ ਛੇਤੀ ਨਾਲ ਮੇਰਾ ਹੱਥ ਛੁਡਾਇਆ ਤੇ ਜ਼ੋਰ ਨਾਲ ਮੈਨੂੰ ਆਪਣੀ ਗਲਵੱਕੜੀ ਵਿੱਚ ਲੈ ਕੇ ਆਪਣੇ ਕਮਰਬੰਦ ਨਾਲ ਮੇਰੇ ਚਿਹਰੇ ਤੋਂ ਲਹੂ ਪੂੰਝਿਆ ਤੇ ਕਿਹਾ, ਰਾਠ ਦੀਏ ਬੱਚੀਏ, ਇਹ ਕੀ ਹੋ ਗਿਆ ਹੈ? ਤੇਰਾ ਦਿਲ ਤਾਂ ਇਤਨਾ ਕਾਇਰ ਨਹੀਂ ਸੀ। ਪਰ ਮੇਰੇ ਤੇ ਕੀ ਅਸਰ ਹੁੰਦਾ ਸੀ? ਹੱਥ ਜੋੜ ਕੇ ਕਿਹਾ, ਬਾਪੂ ਜੀ, ਛੇਤੀ ਲਹੂ ਬੰਦ ਕਰਾਓ, ਮੈਂ ਬੇਦੋਸ਼ੇ ਨੂੰ ਮਾਰਿਆ ਹੈ। ਮੇਰੀ ਆਵਾਜ਼ ਵਿੱਚ ਕੁਝ ਬਹਾਦਰੀ ਨਹੀਂ ਸੀ, ਕੁਝ ਉਹ ਸੀ ਜਿਸ ਨੂੰ ਨਿਆਣਪੁਣਾ ਆਖਦੇ ਹਨ, ਕੁਝ ਕਾਂਬਾ ਜਿਹਾ ਤੇ ਥਰਰ ਜਿਹੀ ਸੀ ਜਿਸ ਨਾਲ ਰਾਠ ਬਾਪੂ ਦਾ ਦਿਲ ਵੀ ਘਬਰਾ ਗਿਆ। ਹੁਕਮ ਦਿੱਤਾ, ਛੇਤੀ ਜ਼ਖਮ ਨੂੰ ਸੀਓ। ਵੈਦ ਜੀ ਤੇ ਹਕੀਮ ਜੀ ਨੇ ਫੁਰਤੀ ਕੀਤੀ, ਮਮਿਆਈ ਤੇ ਹੋਰ ਦਵਾਈਆਂ ਅੰਦਰ ਦਿੱਤੀਆਂ, ਜ਼ਖਮ ਸੀਤਾ, ਬੰਨਿਆ। ਹੁਣ ਮੈਂ ਆਖਿਆ, ਬਾਪੂ ਜੀ, ਘਰ ਲੈ ਚਲੋ, ਉੱਥੇ ਸੇਵਾ ਕਰਾਂਗੇ। ਮੇਰਾ ਕਹਿਣਾ ਕੌਣ ਮੋੜ ਸਕਦਾ ਸੀ? ਡੋਲੇ ਵਿੱਚ ਪਾ ਕੇ ਮੈਂ ਉਸ ਸੂਰਤ ਨੂੰ, ਜਿਸ ਵਰਗਾ ਚੰਗਾ ਮੈਨੂੰ ਹੁਣ ਹੋਰ ਕੋਈ ਨਹੀਂ ਸੀ ਲੱਗਦਾ, ਮਾੜੀ ਨੂੰ ਲੈ ਟੁਰੀ। ਹੁਣ ਮੈਥੋਂ ਘੋੜੇ ਤੇ ਨਾ ਚੜਿਆ ਜਾਵੇ। ਜੀ ਕਰੇ ਜੋ ਮੈਂ ਡੋਲੇ ਦੇ ਨਾਲ-ਨਾਲ ਤੁਰਾਂ ਅਰ ਉਸ ਮੁਖੜੇ ਨੂੰ ਪਲ ਭਰ ਨਜ਼ਰੋਂ ਓਲੇ ਨਾ ਹੋਣ ਦੇਵਾਂ। ਪਰ ਬਾਪੂ ਜੀ ਨੇ ਅੱਜ ਕੁਝ ਜ਼ੋਰ ਦੇ ਕੇ ਮੈਨੂੰ ਘੋੜੇ ਤੇ ਚੜਾਇਆ। ਅਸੀਂ ਘਰ ਆਏ। ਮੈਂ ਆਪਣੇ ਸੌਣ ਵਾਲੇ ਥਾਂ ਉਸ ਦਾ ਡੇਰਾ ਕਰਾਇਆ। ਮਾਂ ਮੈਨੂੰ ਵੱਖ ਲੈ ਜਾ ਕੇ ਪੁੱਛਣ ਲੱਗੀ, ਬੱਚੀਏ, ਇਹ ਕੌਣ ਹੈ? ਕਦ ਦਾ ਤੇਰਾ ਜਾਣੂ ਹੈ? ਤੈਨੂੰ ਇਸ ਨਾਲ ਇੰਨੀ ਹੁੱਬ ਕਿਵੇਂ ਹੋ ਆਈ ਹੈ? ਹੈਂ, ਇੰਨਾ ਪ੍ਰੇਮ? ਮੈਂ ਰੋ-ਰੋ ਕੇ ਕਿਹਾ, ਅੰਮੀ, ਅੱਜ ਤੋਂ ਪਹਿਲੇ ਮੈਂ ਇਸ ਨੂੰ ਕਦੇ ਨਹੀਂ ਡਿੱਠਾ। ਤੀਰ ਮਾਰਨ ਵੇਲੇ ਮੈਨੂੰ ਪਤਾ ਨਹੀਂ ਸੀ ਕਿ ਇੱਥੇ ਸਭ ਤੋਂ ਚੰਗਾ ਲੱਗਣ ਵਾਲਾ ਆਦਮੀ ਬੈਠਾ ਹੈ। ਮੈਂ ਤਾਂ ਚੀਤਾ ਜਾਣ ਕੇ ਤੀਰ ਮਾਰਿਆ ਤੇ ਖੁਸ਼ ਸਾਂ ਕਿ ਇਸ ਦੀ ਖਲ ਬਾਪੂ ਜੀ ਦੇ ਰੱਥ ਹੇਠਾਂ ਵਿਛਾਵਾਂਗੀ। ਪਰ ਅੰਮੀਏ, ਤੀਰ ਚਲਾਉਣ ਵੇਲੇ ਮੇਰੇ ਜੀ ਨੂੰ ਕੁਝ ਹੋਇਆ ਜ਼ਰੂਰ ਸੀ, ਪਤਾ ਨਹੀਂ ਉਹ ਕੀ ਸੀ। ਤੇ ਜਿਹੜਾ ਤੁਸੀਂ ਮੈਨੂੰ ਪ੍ਰੇਮ ਆਖਦੇ ਹੋ, ਇਹ ਕੀ ਹੁੰਦਾ ਹੈ? ਮੈਨੂੰ ਤਾਂ ਇਸ ਦਾ ਪਤਾ ਵੀ ਨਹੀਂ। ਮਾਂ ਨੇ ਹੱਸ ਕੇ ਕਿਹਾ, ਜੋ ਅਸੀਂ ਤੇਰੇ ਨਾਲ ਕਰਦੇ ਹਾਂ। ਮੈਂ ਕਿਹਾ, ਅੰਮੀ, ਉਹ ਤਾਂ ਲਾਡ ਪਿਆਰ ਹੈ। ਮੈਂ ਜਦ ਇਸ ਦੀ ਜਾਣੂ ਨਹੀਂ ਸਾਂ, ਮੈਂ ਇਸ ਨਾਲ ਲਾਡ ਪਿਆਰ ਕਦ ਕਰਨਾ ਸੀ? ਮੇਰਾ ਇਹ ਭੋਲਾਪੁਣਾ ਸੁਣ ਕੇ ਮਾਂ ਹੱਸ ਪਈ ਤੇ ਕਹਿਣ ਲੱਗੀ, ਜੋ ਕੁਝ ਸਲੂਕ ਤੂੰ ਇਸ ਨਾਲ ਕਰ ਰਹੀ ਹੈ, ਇਹ ਪ੍ਰੇਮ ਹੈ। ਮੈਂ ਕਿਹਾ, ਅੰਮੀ, ਮੈਂ ਤਾਂ ਇਸ ਨਾਲ ਹੁਣ ਵੀ ਲਾਡ ਪਿਆਰ ਨਹੀਂ ਕੀਤਾ। ਨਾੜ ਦੱਬੀ ਹੈ, ਪੈਰ ਕੁੱਟੇ ਹਨ ਤੇ ਚਿਹਰੇ ਤੋਂ ਗਰਦ ਝਾੜੀ ਹੈ। ਲਾਡ ਤਾਂ ਕੋਈ ਨਹੀਂ ਕੀਤਾ, ਉਹ ਤਾਂ ਬੋਲਦਾ ਵੀ ਨਹੀਂ। ਅੰਮੀ ਜੀ, ਇਹ ਮੈਨੂੰ ਡਾਢਾ ਹੀ ਚੰਗਾ ਲੱਗਦਾ ਹੈ। ਕੋਈ ਹੋਰ ਇਹੋ ਜਿਹਾ ਚੰਗਾ ਕਦੇ ਨਹੀਂ ਲੱਗਾ। ਅੰਮੀ ਬੋਲੀ, ਕਿ ਮੇਰੇ ਤੇ ਤੇਰੇ ਬਾਪੂ ਜੀ ਤੋਂ ਵੀ ਚੰਗਾ ਲੱਗਦਾ ਹੈ? ਮੈਂ ਕਿਹਾ, ਹਾਂ ਅੰਮੀਏ, ਤੁਹਾਠੋਂ ਵੀ ਬਹੁਤ ਹੀ ਚੰਗਾ ਲੱਗਦਾ ਹੈ। ਤੁਸੀਂ ਨਹੀਂ ਡਿੱਠਾ ਕਿਸ ਤਰ੍ਹਾਂ ਦਾ ਚੰਗਾ ਹੈ? ਭਲਾ ਤੁਸੀਂ ਕਦੇ ਅੱਗੇ ਇਹੋ ਜਿਹਾ ਮਨੁੱਖ ਡਿੱਠਾ ਹੈ? ਹੈ ਕਿ ਨਹੀਂ ਸਾਰਿਆਂ ਕੋਲੋਂ ਹੋਰ ਵੇ? ਨਾ ਜੀ, ਮੈਂ ਡਾਢਾ ਹੀ ਪਾਪ ਕੀਤਾ ਹੈ, ਜੋ ਸਭ ਤੋਂ ਚੰਗੇ ਮਨੁੱਖ ਨੂੰ ਐਡੀ ਪੀੜ ਦਿੱਤੀ ਹੈ। ਇਹੋ ਪਾਪ ਹੈ ਨਾ, ਜਿਸ ਗੱਲ ਨੂੰ ਪੰਡਿਤ ਜੀ ਇੱਕ ਦਿਨ ਪਾਪ ਆਖਦੇ ਸੀ ਤੇ ਮੈਂ ਗੁੱਸੇ ਹੋ ਕੇ ਉੱਠ ਗਈ ਸਾਂ ਤੇ ਬਾਪੂ ਜੀ ਨੂੰ ਕਿਹਾ ਸੀ ਕਿ ਇਹ ਮੈਨੂੰ ਕਾਇਰਾਂ ਵਾਲੀਆਂ ਗੱਲਾਂ ਸੁਣਾਉਂਦਾ ਹੈ। ਉਹ ਮੈਨੂੰ ਹੁਣ ਚੇਤੇ ਆ ਰਿਹਾ ਹੈ ਕਿ ਇਹ ਪਾਪ ਇਹੋ ਗੱਲ ਹੋਣੀ ਹੈ ਜੋ ਅੱਜ ਮੇਥੋਂ ਹੋਇਆ ਹੈ, ਸੋ ਮੈਂ ਹੁਣ ਬਦਲਾ ਦੇਣ ਨੂੰ ਤਿਆਰ ਹਾਂ। ਅੰਮੀਏ, ਜੇ ਮੈਨੂੰ ਤੀਰ ਮਾਰੇ ਤਾਂ ਮੈਂ ਛਾਤੀ ਅੱਗੇ ਕਰਾਂਗੀ, ਤੇ ਜੇ ਮੈਨੂੰ ਦਾਸੀ ਬਣਾ ਕੇ ਸੇਵਾ ਕਰਾਵੇ ਤਾਂ ਮੈਂ ਕਰਾਂਗੀ।
ਬੀਬੀ ਅੰਮੀ ਮੈਨੂੰ ਰੋਕਣਾ ਨਾ। ਇਹ ਸੁਣ ਕੇ ਅੰਮੀ ਪਹਿਲੇ ਤਾਂ ਮੁਸਕਰਾਈ ਪਰ ਫੇਰ ਰੋ ਪਈ। ਮੈਂ ਕਦੇ ਮਾਂ ਦੀਆਂ ਅੱਖਾਂ ਵਿੱਚ ਪਾਣੀ ਨਹੀਂ ਸੀ ਡਿੱਠਾ। ਨੌਕਰਾਂ ਨੂੰ ਜਦ ਮਾਰੀਏ ਤਾਂ ਉਹ ਲੋਕ ਰੋਂਦੇ ਸਨ। ਮੈਂ ਜਾਣਦੀ ਸਾਂ ਅਸੀਂ ਰਾਣੇ ਲੋਕ ਹਾਂ, ਸਾਡੇ ਨੈਣਾਂ ਵਿੱਚ ਇਹੋ ਜਿਹਾ ਕੱਚਾ ਪਾਣੀ ਹੈ ਹੀ ਨਹੀਂ। ਪਰ ਅੱਜ ਤਾਂ ਮੈਂ ਆਪ ਰੋਈ ਸਾਂ। ਮੈਂ ਸੋਚਦੀ ਸਾਂ ਕਿ ਮੈਂ ਪਾਪ ਕੀਤਾ ਹੈ ਤੇ ਪੰਡਿਤ ਜੀ ਨੇ ਪਾਪ ਦੱਸਿਆ ਸੀ, ਨੀਚ ਕਰ ਦਿੰਦਾ ਹੈ। ਮੈਂ ਤਾਂ ਨੀਵੀਂ ਹੋਈ ਹਾਂ, ਪਰ ਅੰਮੀ ਨੇ ਕੋਈ ਪਾਪ ਨਹੀਂ ਕੀਤਾ ਸੀ। ਇਹ ਕਿਉਂ ਰੋਈ? ਇੰਨੇ ਨੂੰ ਅੰਮੀ ਬੋਲੀ, ਬੱਚੀਏ, ਕੀ ਆਖਾਂ, ਤੇਰੇ ਪਿਓ ਦੇ ਹੱਥੋਂ ਲੜਾਈਆਂ ਵਿੱਚ ਕਈ ਆਦਮੀ ਮੋਏ। ਰਾਜ ਭਾਗ ਖਬਰੇ ਤੇਰੇ ਸਿਰ ਆਵੇ। ਆਲੇ ਦੁਆਲੇ ਵੈਰੀ ਰਾਏ ਵਸਦੇ ਹਨ। ਜੇ ਤੂੰ ਤਕੜੀ ਨਾ ਹੋਈਓ ਤੇ ਲੜ ਕੇ ਫਤਿਹ ਪਾ ਕੇ ਰਾਠ ਨਾ ਬਣਿਓ ਤਾਂ ਰਾਜ ਕੀਕੂ ਸਾਂਭੇਗੀ। ਮਾੜਾ ਤਾਂ ਹੋਇਆ, ਪਰ ਕੀ ਹੋਇਆ, ਇੱਕ ਕੰਗਲਾ ਮਰ ਗਿਆ ਤਾਂ ਮਰ ਗਿਆ ਸਹੀ। ਇਹ ਸੁਣ ਕੇ ਮੇਰੀਆਂ ਚੀਕਾਂ ਨਿਕਲ ਗਈਆਂ। ਮੈਂ ਨਿਆਣੇ ਬਾਲ ਵਾਂਗੂ ਰੋਈ। ਮਾਂ ਨੇ ਛਾਤੀ ਨਾਲ ਲਾ ਕੇ ਪਿਆਰ ਕੀਤਾ, ਪਰ ਮੇਰਾ ਰੋਣਾ ਨਾ ਠਲੀਵੇ। ਆਖਾਂ, ਅੰਮੀਏ, ਤੇਰੀਆਂ ਅੱਖਾਂ ਨੂੰ ਕੀ ਹੋ ਗਿਆ ਹੈ? ਉਹ ਸਾਰਿਆਂ ਕੋਲੋਂ ਚੰਗਾ ਆਦਮੀ ਹੈ, ਤਾਈਓ ਤਾਂ ਮੈਨੂੰ ਚੰਗਾ ਲੱਗਦਾ ਹੈ। ਉਸਨੂੰ ਤੂੰ ਕੰਗਲਾ ਆਖਦੀ ਹੈ? ਜੇ ਉਹ ਮਰ ਗਿਆ ਤਾਂ ਉਹ ਜਾਣੇ। ਅੰਮੀ, ਜੇ ਉਹ ਮਰ ਗਿਆ ਤਾਂ ਇਹੋ ਤੀਰ ਜਿਸ ਨਾਲ ਮੈਂ ਸਭ ਤੋਂ ਉੱਚੇ ਨੂੰ ਮਾਰਿਆ ਹੈ, ਮੈਂ ਆਪਣੀ ਛਾਤੀ ਪਰੋਵਾਂਗੀ ਤੇ ਤੇਰੀ ਗੋਦ ਵਿੱਚ ਨਹੀਂ ਖੇਡਾਂਗੀ ਤੇ ਬਾਪੂ ਜੀ ਨੂੰ ਗਲਵਕੜੀ ਨਹੀਂ ਪਾਵਾਂਗੀ। ਅੰਮੀ, ਤੈਨੂੰ ਕੀ ਹੋ ਗਿਆ ਹੈ? ਜਿਹੜੀਆਂ ਚੀਜ਼ਾਂ ਮੈਨੂੰ ਸੋਹਣੀਆਂ ਲੱਗਦੀਆਂ ਸਨ, ਤੂੰ ਚਾਹ ਨਾਲ ਉਹਨਾਂ ਨੂੰ ਲੈਂਦੀ ਤੇ ਕਹਿੰਦੀ ਹੁੰਦੀ ਸੈਂ ਕਿ ਇਹ ਬਹੁਤ ਸੋਹਣੀਆਂ ਹਨ। ਅੱਜ ਤੂੰ ਮੈਨੂੰ ਸਭ ਤੋਂ ਚੰਗਾ ਲੱਗਣ ਵਾਲੇ ਨੂੰ ਕੰਗਾਲ ਮਰ ਗਿਆ ਤਾਂ ਕੀ ਹੋਇਆ ਆਖਦੀ ਹੈ? ਵੈਦ ਨੂੰ ਸਦਖਾਂ, ਵੇਖੇ ਮੇਰੀਆਂ ਅੱਖਾਂ ਵਿੱਚ ਡੋਰੇ ਦਾ ਜਾਲਾ ਤਾਂ ਨਹੀਂ ਪੈ ਗਿਆ, ਜਾਂ ਤੇਰੀਆਂ ਅੱਖਾਂ ਵਿੱਚ ਤਾਂ ਨਹੀਂ ਪੈ ਗਿਆ? ਹਾਏ, ਹੁਣ ਅੰਮੀਏ, ਮੇਰੀ ਛਾਤੀ ਤੇ ਹੱਥ ਰੱਖ। ਇੱਥੇ ਕੁਝ ਉਛਲਦਾ ਹੈ। ਇਹ ਕੀ ਹੈ? ਮੇਰਾ ਜੀ ਇਸ ਉਛਾਲੇ ਤੋਂ ਘਬਰਾਉਂਦਾ ਹੈ। ਜੇ ਤੂੰ ਆਖੇ ਉਹ ਚੰਗਾ ਹੈ ਤੇ ਤੈਨੂੰ ਵੀ ਚੰਗਾ ਲੱਗਦਾ ਹੈ ਤੇ ਅਸੀਂ ਉਸ ਦੀ ਸੇਵਾ ਕਰਾਂਗੇ, ਤਦ ਤਾਂ ਇਹ ਉਛਾਲਾ ਘਟਦਾ ਹੈ ਤੇ ਜੀ ਲੱਗਦਾ ਹੈ। ਨਹੀਂ ਤਾਂ ਛਾਤੀ ਵਿੱਚ ਕੁਝ ਉਛਾਲਾ ਹੋ ਕੇ ਮੇਰੇ ਸਿਰ ਨੂੰ ਪਿਆ ਚੜਦਾ ਹੈ ਤੇ ਨੈਣ ਥੰਮੀ ਦੇ ਨਹੀਂ। ਆਹ, ਵੇਖ ਮੇਰੇ ਹੰਝੂ ਠੜਿੰਦੇ ਨਹੀਂ। ਲੈ ਕਰ ਬੁੱਕ ਤੇ ਭਰ ਕੇ ਵੇਖ ਲੈ। ਦੱਸ ਅੰਮੀਏ, ਹੁਣ ਮੈਂ ਕੀ ਕਰਾਂ? ਮੇਰਾ ਇਹ ਹਾਲ ਦੇਖ ਕੇ ਅੰਮੀ ਆਖਣ ਲੱਗੀ, ਰੋ ਨਾ, ਉਹ ਚੰਗਾ ਤਾਂ ਹੈ, ਚੰਗਾ ਲੱਗਦਾ ਵੀ ਹੈ। ਤੈਨੂੰ ਜੋ ਚੰਗਾ ਲੱਗੇ, ਮੈਨੂੰ ਕਦੇ ਮਾੜਾ ਨਹੀਂ ਲੱਗਾ। ਪਰ ਕੰਗਲਾ ਤਾਂ ਮੈਂ ਇਸ ਕਰਕੇ ਕਿਹਾ ਸੀ ਕਿ ਜੇ ਉਹ ਕੋਈ ਸਾਊ ਥੋੜਾ ਹੈ, ਕੋਈ ਕੰਮੀ ਕਾਦੂ ਲੋਕ ਹੋਊ, ਮਰ ਗਿਆ ਤਾਂ ਤੂੰ ਦੁੱਖ ਨਾ ਕਰੀਂ। ਮੈਂ ਕਿਹਾ, ਅੰਮੀ, ਕੱਪੜੇ ਡਾਢੇ ਚਿੱਟੇ ਨਹੀਂ, ਪਰ ਮੱਥਾ ਤਾਂ ਕਿਸੇ ਸਾਊ ਦੇ ਏਡਾ ਚੌੜਾ, ਗੋਲ ਤੇ ਚਮਕਦਾ ਨਹੀਂ ਹੁੰਦਾ, ਤੇ ਜੇ ਬਾਪੂ ਜੀ ਉਸਨੂੰ ਭੌਣ ਤੇ ਡੰਗਰ ਦੇ ਦੇਣ ਤਾਂ ਟੱਲੇ ਵੀ ਆਪੇ ਚਿੱਟੇ ਹੋ ਜਾਣ। ਪਰ ਅੱਛਾ, ਮਾਂ ਜੀ, ਜਿਸ ਵੇਲੇ ਉਸਨੇ ਅੱਖਾਂ ਖੋਲੀਆਂ ਤੇ ਤੁਸਾਂ ਵੇਖੀਆਂ, ਤੁਸੀਂ ਆਪ ਕਹੋਗੇ ਇਹ ਤਾਂ ਕੋਈ ਲਾਹੌਰ ਦਾ ਫੌਜਦਾਰ ਹੈ। ਮਾਂ ਸੁਣ ਕੇ ਬੋਲੀ, ਹੁਣ ਤੂੰ ਮੈਨੂੰ ਇਹ ਦੱਸ ਜੋ ਤੂੰ ਕਿਸ ਗੱਲੇ ਰਾਜ਼ੀ ਹੈ? ਮੈਂ ਕਿਹਾ, ਜੇ ਉਹ ਮੇਰੇ ਕੋਲ ਰਵੇ, ਵੈਦ ਤੇ ਹਕੀਮ ਬਾਹਰ ਹਾਜ਼ਰ ਰਹਿਣ, ਮੈਂ ਸੇਵਾ ਕਰਾਂ, ਉਹ ਦਾਰੂ ਕਰਨ, ਇੱਕ ਵੇਲੀ ਰਾਜ਼ੀ ਹੋ ਜਾਵੇ ਤੇ ਮੈਂ ਆਖਾਂ, ਹੇ ਸਭ ਤੋਂ ਉੱਚੇ ਮਨੁੱਖ, ਮੈਂ ਤੇਰਾ ਪਾਪ ਕੀਤਾ ਹੈ, ਮੈਨੂੰ ਜੋ ਜੀ ਆਵੇ ਡੰਨ ਦੇ। ਮਾਂ ਦੇ ਜੀ ਵਿੱਚ ਖਬਰੇ ਕੀ ਆਈ, ਕਹਿਣ ਲੱਗੀ, ਟਹਿਲਣਾ ਬਾਂਦੀਆਂ ਬਥੇਰੀਆਂ ਹਨ, ਪਰ ਜੇ ਤੇਰਾ ਜੀਉ ਆਪੇ ਹੀ ਟਹਿਲ ਕਰਨੀ ਮੰਗੇ ਤਾਂ ਚੰਗਾ, ਤੂੰ ਸੇਵਾ ਕਰੀ, ਵੈਦ ਹਕੀਮ ਇੱਥੇ ਹੀ ਰਹਿ ਪੈਣਗੇ। ਸੋ ਵੈਦ ਹਕੀਮ ਆ ਗਏ। ਮੈਂ ਲੱਗੀ ਸੇਵਾ ਕਰਨ। ਜਿਸ ਤਰ੍ਹਾਂ ਮੇਰੀਆਂ ਟਹਿਲਣਾ ਮੇਰੀ ਸੇਵਾ ਕਰਦੀਆਂ ਸਨ, ਮੇਰਾ ਜੀਉ ਉਸ ਦੀ ਸੇਵਾ ਵਿੱਚ ਲੱਗਿਆ। ਮੇਰਾ ਆਪਣਾ ਪਲੰਗ ਡਾਢਾ ਹੀ ਨਰਮ ਸੀ। ਮੈਂ ਉਸ ਉੱਤੇ ਉਸਨੂੰ ਪਾਇਆ, ਸਾਰਾ ਦਿਨ ਕੋਲ ਬੈਠੀ ਪੱਖਾ ਕਰਦੀ ਰਵਾਂ, ਚਿਹਰੇ ਨੂੰ ਤੱਕਦੀ ਰਵਾਂ ਤੇ ਉਡੀਕਾਂ ਜੋ ਕਦ ਅੱਖਾਂ ਖੁੱਲਣ ਤੇ ਮੈਂ ਵੇਖਾਂ, ਕਦ ਬੁੱਲ ਖੁੱਲਣ ਤੇ ਉਹ ਸ਼੍ਰੀ ਵਾਹਿਗੁਰੂ ਫੇਰ ਸੁਣਾ। ਤੀਜੇ ਦਿਨ ਅੱਧੀ ਰਾਤ ਵੇਲੇ ਉਹਦੇ ਬੁੱਲ ਖੁੱਲੇ ਤੇ ਠੰਡੇ ਸਾਹ ਦੀ ਆਵਾਜ਼ ਆਈ। ਇਸ ਦੇ ਮਗਰੋਂ ਆਵਾਜ਼ ਆਈ, ਧੰਨ ਨਾ ਨਾ ਕ, ਤੇ ਨੇਤਰ ਖੁੱਲੇ। ਨੇਤਰ ਕੀ ਖੁੱਲੇ, ਮੇਰੇ ਲਈ ਖੁਸ਼ੀ ਬੰਦੀ ਖਾਨਿਓ ਖੁੱਲ ਗਏ। ਮੈਂ ਖੁੱਲੇ ਨੈਣ ਵੇਖ ਕੇ ਬੜੀ ਖੁਸ਼ ਹੋਈ ਤੇ ਆਖਿਆ, ਹੇ ਚੰਗਿਆ, ਸਭ ਤੋਂ ਚੰਗਿਆ, ਮੈਂ ਅਪਰਾਧਣ ਹਾਂ? ਉਹਨਾਂ ਨੇਤਰਾਂ ਨੇ ਮੇਰੇ ਵੱਲ ਡਿੱਠਾ ਤੇ ਫੇਰ ਬੰਦ ਹੋ ਗਏ, ਪਰ ਜੀਭ ਨੇ ਪੁੱਛਿਆ, ਮੈਂ ਕਿੱਥੇ ਹਾਂ? ਤਦੋਂ ਮੈਂ ਉਸਦੇ ਕੰਨਾਂ ਦੇ ਕੋਲ ਮੂੰਹ ਕਰਕੇ ਸਾਰੀ ਵਿਥਿਆ ਸੁਣਾਈ ਤੇ ਆਪਣੀ ਗੱਲ ਵੀ ਆਖੀ, ਪਰ ਫੇਰ ਨਾ ਨੈਣ ਖੁੱਲੇ ਤੇ ਨਾ ਬੁੱਲ। ਕੋਈ ਚੌਥੇ ਦਿਨ ਸਵੇਰ ਸਾਰ ਫੇਰ ਆਵਾਜ਼ ਆਈ, ਮੰਦਾ ਮੂਲ ਨਾ ਕੀਚਈ, ਦੇ ਲੰਮੀ ਨਦਰ ਨਿਹਾਲੀਏ, ਜਿਉਂ ਸਾਹਿਬ ਨਾਲ ਨਾ ਹਾਰੀਏ, ਤੇ ਵੇਹਾ ਪਾਸਾ ਟਾਲੀਏ, ਕਿਛ ਲਾਹੇ ਉੱਪਰ ਗਾਲੀਏ। ਪਰ ਮੈਂ ਉਸ ਵੇਲੇ ਸਾਰੀ ਗੱਲ ਨਾ ਸਮਝੀ। ਹਾਂ, ਇੰਨਾ ਸਮਝੀ ਜੋ ਕਹਿੰਦਾ ਹੈ, ਮੇਰੇ ਨਾਲ ਤੂੰ ਮੰਦਾ ਕੀਤਾ ਹੈ, ਇਹ ਨਹੀਂ ਸੀ ਕਰਨਾ। ਤੀਰ ਚਲਾਉਣ ਵੇਲੇ ਚੰਗੀ ਤਰ੍ਹਾਂ ਵੇਖ ਤਾਂ ਲੈਣਾ ਸੀ। ਮੈਂ ਉਡੀਕਦੀ ਸਾਂ ਕਿ ਹੁਣ ਆਖੇਗਾ ਕਿ ਤੈਨੂੰ ਮੈਂ ਕੈਦ ਕੀਤਾ ਇਸ ਪਾਪ ਬਦਲੇ। ਪਰ ਫੇਰ ਨੈਣ ਖੁੱਲ ਗਏ ਤੇ ਮੇਰੇ ਵੱਲ ਤੱਕੇ। ਫਿਰ ਬੁੱਲ ਖੁੱਲੇ ਤੇ ਕਹਿਣ ਲੱਗੇ, ਤੁਸਾਂ ਬਹੁਤ ਸੇਵਾ ਕੀਤੀ ਹੈ। ਤੀਰ ਤਾਂ ਮੈਨੂੰ ਮੇਰਿਆਂ ਪਾਪਾਂ ਨੇ ਲਾਇਆ ਸੀ, ਪਰ ਤੁਸੀਂ ਬੜੇ ਚੰਗੇ ਹੋ ਜਿਨ੍ਹਾਂ ਸੇਵਾ ਕੀਤੀ ਹੈ, ਰਾਜ਼ੀ ਰਹੋ। ਇਹ ਕਹਿ ਕੇ ਉਹ ਸੌਂ ਗਿਆ। ਸੁੱਤਾ ਤੱਕ ਕੇ ਮੈਂ ਮਾਂ ਕੋਲ ਜਾ ਕੇ ਤੇ ਗਲਕੜੀ ਪਾ ਕੇ ਕਿਹਾ, ਦੇਖ ਲੈ ਮਾਂ, ਉਹ ਮਨੁੱਖ ਕਿੱਡਾ ਚੰਗਾ ਹੈ, ਆਖਦਾ ਹੈ ਤੀਰ ਤੂੰ ਨਹੀਂ ਮਾਰਿਆ
ਤੀਰ ਮੇਰੇ ਪਾਪਾ ਨੇ ਮਾਰਿਆ ਹੈ ਤੇ ਤੂੰ ਚੰਗੀ ਹੈ ਜੋ ਸੇਵਾ ਕਰਦੀ ਪਈ ਹੈ। ਦੇਖ ਮਾਂ, ਜੋ ਪਾਪੀ ਨੂੰ ਚੰਗਾ ਪਿਆ ਆਖਦਾ ਏ, ਅੰਮੀਏ ਕਿੱਡਾ ਚੰਗਾ ਹੋਇਆ। ਮੈਂ ਤੈਨੂੰ ਆਖਿਆ ਸੀ ਨਾ ਕਿ ਉਹ ਬਾਪੂ ਜੀ ਤੋਂ ਵਧੇਕ ਚੰਗਾ ਲੱਗਦਾ ਹੈ। ਭਲਾ ਬਾਪੂ ਜੀ ਕਦੇ ਪਾਪੀਆਂ ਨੂੰ ਚੰਗਾ ਆਖਣ? ਉਹ ਤਾਂ ਪਾਪੀਆਂ ਨੂੰ ਫਾਹੇ ਲਾ ਦਿੰਦੇ ਹਨ ਤੇ ਇਹ ਆਖਦਾ ਹੈ ਤੂੰ ਚੰਗੀ ਹੈ। ਮਾਂ ਹੱਸ ਪਈ ਤੇ ਕਹਿਣ ਲੱਗੀ, ਜਾ ਅੱਜ ਖੂੰਡੀ ਦੀ ਖੇਡ ਖੇਲਾ। ਮੈਂ ਕਿਹਾ, ਮਾਂ ਜੀ ਨਹੀਂ ਕਰਦਾ, ਪਾਸ ਬੈਠੇ ਰਹਿਣ ਤੋਂ ਬਿਨਾਂ ਹੋਰ ਗੱਲ ਤੇ ਨਹੀਂ ਜੀ ਲੱਗਦਾ। ਹੁਣ ਜੇ ਤੁਹਾਡੇ ਕੋਲ ਬੈਠੀ ਹਾਂ ਤਾਂ ਇਹੋ ਪਿਆ ਜੀ ਕਰਦਾ ਹੈ ਜੋ ਕਿਹੜਾ ਵੇਲਾ ਹੋਵੇ ਮੈਂ ਫੇਰ ਕੋਲ ਜਾ ਬੈਠਾਂ। ਇਸ ਤਰ੍ਹਾਂ ਕਰਦਿਆਂ ਕੁਝ ਦਿਨ ਲੰਘੇ। ਚੰਗੇ ਜੀ ਦਾ ਜੀ ਵੱਲ ਹੁੰਦਾ ਪਿਆ ਦਿਸੇ। ਇੱਕ ਦਿਨ ਰਾਤ ਨੂੰ ਨੈਣ ਖੁੱਲੇ ਤੇ ਮੈਨੂੰ ਕੋਲ ਸੱਦਿਆ ਤੇ ਕਹਿਣ ਲੱਗੇ, ਦੇਖ ਤੂੰ ਇੱਕ ਪਰਦੇਸੀ ਦੀ ਸੇਵਾ ਕੀਤੀ ਹੈ ਤੇ ਰਾਜੇ ਦੀ ਧੀ ਹੋ ਕੇ ਕੀਤੀ ਹੈ। ਮੈਂ ਗਰੀਬ ਹਾਂ, ਮੇਰੇ ਕੋਲ ਕੀ ਹੈ ਜੋ ਤੈਨੂੰ ਦੇਵਾਂ, ਪਰ ਇੱਕ ਗੱਲ ਤੈਨੂੰ ਦੱਸਦਾ ਹਾਂ ਜੋ ਤੈਨੂੰ ਸੁੱਖ ਦੇਵੇਗੀ। ਉਹ ਗੱਲ ਸਮਝ ਲੈ ਧਿਆਨ ਦੇ ਕੇ। ਉਹ ਗੱਲ ਇਹ ਹੈ ਜੋ ਤੂੰ ਇਹ ਸਰੀਰ ਨਹੀਂ ਹੈ, ਤੂੰ ਆਤਮਾ ਹੈ। ਮੈਂ ਪੁੱਛਿਆ, ਆਤਮਾ ਕੀ ਹੁੰਦੀ ਹੈ? ਤਾਂ ਉਹਨਾਂ ਦਾ ਮੂੰਹ ਬੰਦ ਹੋ ਗਿਆ। ਦੂਸਰੀ ਰਾਤ ਫੇਰ ਮੂੰਹ ਖੁੱਲਿਆ ਤੇ ਕਹਿਣ ਲੱਗੇ, ਮੈਂ ਆਖਦਾ ਹਾਂ ਕਿ ਤੂੰ ਆਤਮਾ ਹੈ, ਤੂੰ ਸਰੀਰ ਤੋਂ ਵੱਖਰੀ ਹੈ, ਤੂੰ ਸਰੀਰ ਤੋਂ ਉੱਚੀ ਹੈ। ਸਰੀਰ ਨਾ ਰਹੇ ਤੂੰ ਤਾਂ ਵੀ ਹੋਵੇਂਗੀ। ਤੂੰ ਜੇ ਨਿਰਾ ਸਰੀਰ ਹੋਵੇ ਤਾਂ ਹੱਸ ਖੇਡ ਖਾ ਪੀ ਛੱਡਿਆ ਕਰ, ਪਰ ਤੂੰ ਆਤਮਾ ਹੈ, ਆਪ ਨੂੰ ਪਛਾਣਿਆ ਕਰ। ਦੂਜਿਆਂ ਵਿੱਚ ਆਪਣੇ ਵਰਗੀ ਆਤਮਾ ਵੇਖਿਆ ਕਰ। ਦੌਲਤ ਤੇ ਸਰੀਰ ਪਰਦੇ ਹਨ ਜੋ ਆਪਣੇ ਆਪ ਨੂੰ ਆਤਮਾ ਦਿਸਣ ਨਹੀਂ ਦਿੰਦੇ। ਇਨ੍ਹਾਂ ਪਰਦਿਆਂ ਨੂੰ ਪਾੜ ਕੇ ਆਤਮਾ ਵੇਖਿਆ ਕਰ। ਤੂੰ ਬਹੁਤ ਉੱਚੀ ਹੈ, ਪਰ ਆਪਣੇ ਲਈ ਜੇ ਕੋਈ ਸੁੱਖ ਲੈਂਦੀ ਹੈ ਤੇ ਕੋਈ ਸੁੱਖ ਦਿਆ ਵੀ ਕਰ। ਮੈਂ ਘਬਰਾ ਗਈ, ਮੇਰੇ ਅੱਗੇ ਹਨੇਰਾ ਆ ਗਿਆ। ਮੈਂ ਹੈਰਾਨ ਹੋ ਹੱਕੀ ਬੱਕੀ ਰਹਿ ਗਈ। ਮੈਂ ਆਖਿਆ, ਮੈਂ ਨਹੀਂ ਜਾਣਦੀ ਤੁਸੀਂ ਕੀ ਕਿਹਾ ਹੈ। ਮੈਂ ਆਤਮਾ ਹਾਂ, ਮੈਂ ਸਰੀਰ ਦੇ ਮੋਇਆ ਨਹੀਂ ਮਰਨਾ, ਮੈਂ ਸੁੱਖ ਦੇਣਾ ਹੈ। ਹਾਏ, ਇਹ ਸੱਚ ਹੈ? ਜੇ ਸੱਚ ਹੈ ਤਾਂ ਹੋਰ ਨਾ ਕਹੋ, ਮੇਰਾ ਜੀ ਬੈਠਦਾ ਹੈ। ਮੈਂ ਇਹ ਸਰੀਰ ਹੀ ਹੋਵਾਂ ਤੇ ਤੇਰੇ ਸਰੀਰ ਦੀ ਸੇਵਾ ਕਰਾਂ, ਸੇਵਾ ਵਿੱਚ ਮਰ ਜਾਵਾਂ ਤੇ ਫੇਰ ਨਾ ਹੋਵਾਂ, ਬਸ ਜੀ ਹੋਰ ਮੈਂ ਕੁਝ ਨਾ ਹੋਵਾਂ। ਉਹ ਬੋਲੇ, ਭੋਲੀਏ, ਤੂੰ ਆਤਮਾ ਹੈ, ਤੂੰ ਜ਼ਮੀਨ ਤੇ ਤੁਰਨ ਵਾਲੀ ਨਹੀਂ, ਤੂੰ ਪੰਛੀਆਂ ਵਾਂਗੂ ਕਿਸੇ ਹੋਰ ਆਕਾਸ਼ ਦੀ ਉੱਡਣ ਵਾਲੀ ਹੈ। ਤੂੰ ਮਿੱਟੀ, ਮਾਸ, ਹੱਡੀ, ਲਹੂ ਨਹੀਂ, ਤੂੰ ਚਾਨਣੇ ਵਾਂਗੂ ਜੋਤ ਸਰੂਪ ਹੈ। ਨਿਰੀ ਰੋਣ ਪਿੱਟਣ ਹੱਸਣ ਖੇਡਣ ਵਾਲੀ ਨਹੀਂ, ਪਰ ਸਦਾ ਸੁਖੀ, ਸਦਾ ਆਨੰਦ ਹੈ। ਮੈਂ ਡਰ ਕੇ ਅੱਖਾਂ ਮੀਟ ਲਈਆਂ ਤੇ ਆਖਿਆ, ਹੇ ਸਭ ਤੋਂ ਚੰਗੇ ਮਨੁੱਖ, ਮੈਨੂੰ ਕੁਝ ਹੁੰਦਾ ਜਾਂਦਾ ਹੈ। ਮੈਨੂੰ ਉਹ ਕੁਝ ਹੁੰਦਾ ਹੈ ਜੋ ਬਾਪੂ ਜੀ ਕਾਇਰਾ ਨੂੰ ਆਖਦੇ ਹਨ ਹੁੰਦਾ ਹੈ। ਹੋਰ ਨਾ ਦੱਸ। ਮੈਂ ਤੇਰੀਆਂ ਗੱਲਾਂ ਦੇ ਮਗਰ ਜਦ ਜਾਂਦੀ ਹਾਂ ਤਦ ਮੈਂ ਐਨੀ ਸੁੰਗੜਦੀ ਤੇ ਫੈਲਦੀ ਹਾਂ ਕਿ ਗੁਆਚ ਜਾਂਦੀ ਹਾਂ। ਨਾ ਕਹੋ ਮੈਂ ਆਤਮਾ ਹਾਂ। ਫੇਰ ਉਹ ਕਹਿਣ ਲੱਗੇ, ਹੇ ਚੰਗੀਏ, ਜੋ ਸੇਵਾ ਕਰ ਸਕਦੀ ਹੈ, ਸੁਣ, ਤੂੰ ਆਤਮਾ ਹੈ, ਤੇਰੇ ਵਿੱਚ ਮੋਹ ਨਹੀਂ ਹੈ, ਤੇਰੇ ਵਿੱਚ ਲੱਭ ਨਹੀਂ ਹੈ, ਤੂੰ ਮੰਗਣ ਵਾਲੀ ਨਹੀਂ, ਤੂੰ ਤਾਂ ਦਾਤੀ ਹੈ, ਤੂੰ ਸਭ ਨੂੰ ਇੱਕਸਾਰ ਪਿਆਰ ਕਰਨ ਵਾਲੀ ਹੈ। ਹਾਂ, ਤੂੰ ਅਚਾਹ ਹੈ, ਤੂੰ ਉੱਚੀ ਹੈ, ਆਪ ਨੂੰ ਪਛਾਣ। ਹੁਣ ਮੈਨੂੰ ਉਹ ਲੱਗਾ ਜਿਸ ਨੂੰ ਡਰ ਕਰਕੇ ਸੁਣਦੀ ਹੁੰਦੀ ਸਾਂ। ਹਾਂ, ਮੈਂ ਸੱਚੀ ਮੁੱਚੀ ਡਰ ਗਈ। ਮੈਂ ਸਹਿਮ ਕੇ ਬਹਿ ਗਈ। ਮੈਂ ਚਾਹਾਂ ਜੋ ਕੰਨ ਬੰਦ ਕਰਾਂ, ਜੋ ਹੋਰ ਸੁਣ ਕੇ ਡੌਰ-ਪੌਰ ਨਾ ਹੋਵਾਂ, ਪਰ ਸਭ ਤੋਂ ਚੰਗੇ ਮਨੁੱਖ ਦੀ ਚੰਗੀ ਆਵਾਜ਼ ਅੱਗੇ ਕੰਨ ਕੀ ਕਿਉਂ ਬੰਦ ਕਰ ਰਹਾ? ਮੈਂ ਫੇਰ ਹਿਆ ਕਰਕੇ ਆਖਿਆ, ਬਸ ਕਰ ਹੈ ਉੱਚੇ ਆਦਮੀ, ਹੋਰ ਨਾ ਕਹੋ, ਮੇਰਾ ਹਾਲ ਬੁਰਾ ਹੋ ਗਿਆ ਹੈ। ਇਹ ਆਤਮਾ ਮੈਂ ਨਾ ਹੋਵਾਂ। ਮੈਨੂੰ ਉਸ ਡਰ ਤੋਂ ਬਚਾ ਜੋ ਇਸ ਖਿਆਲ ਵਿੱਚ ਗਿਆ ਮੈਨੂੰ ਲੱਗਦਾ ਹੈ। ਪਰ ਉਸਨੇ ਫੇਰ ਕਿਹਾ, ਤੂੰ ਆਤਮਾ ਹੈ। ਹਾਂ, ਜਿਵੇਂ ਤੂੰ ਤੀਰ ਨਹੀਂ, ਤੂੰ ਤੀਰ ਕਮਾਨ ਨਹੀਂ, ਪਰ ਤੂੰ ਤੀਰ ਚਲਾਉਣ ਵਾਲੀ ਹੈ। ਤੂੰ ਰੋਟੀ ਨਹੀਂ, ਤੂੰ ਖਾਣ ਵਾਲੀ ਹੈ। ਤੂੰ ਦੇਹ ਨਹੀਂ, ਦੇਹੀ ਦੀ ਟੋਰਨ ਵਾਲੀ ਹੈ। ਤੂੰ ਮਨ ਨਹੀਂ, ਪਰ ਮਨ ਨੂੰ ਹਾਂਕਣ ਵਾਲੀ ਹੈ। ਤੂੰ ਆਪੇ ਕਹਿੰਦੀ ਹੁੰਦੀ ਹੈ ਕਿ ਨਹੀਂ, ਮੇਰਾ ਮਨ ਅੱਜ ਖੁਸ਼ ਹੈ, ਅੱਜ ਦਿਲਗੀਰ ਹੈ। ਸੋ ਤੂੰ ਮਨ ਨਹੀਂ, ਪਰ ਮਨ ਦੀ ਮਾਲਕ ਹੈ। ਹਾਂ, ਤੂੰ ਚਰਖਾ ਨਹੀਂ, ਪਰ ਚਰਖੇ ਨੂੰ ਕੱਟਣ ਵਾਲੀ ਹੈ। ਹੇ ਸੁੰਦਰੀ, ਤੂੰ ਸੁੰਦਰ ਨਹੀਂ, ਪਰ ਸੁੰਦਰਤਾ ਤੈਥੋਂ ਨਿਕਲਦੀ ਹੈ। ਤੂੰ ਧੁੱਪ ਨਹੀਂ, ਪਰ ਸੂਰਜ ਹੈ। ਤੂੰ ਚਾਂਦਨੀ ਨਹੀਂ, ਪਰ ਚੰਦ ਹੈ। ਹੇ ਚੰਗੀਏ, ਤਿਵੇਂ ਤੂੰ ਦੇਹ ਨਹੀਂ, ਪਰ ਆਤਮਾ ਹੈ। ਇਹ ਮੈਂ ਟੱਕ ਬੰਨ ਕੇ ਮਨ ਜੋੜ ਕੇ ਬੇਵਸੇ ਹੋ ਕੇ ਸੁਣਿਆ, ਪਰ ਸੁਣਦਿਆਂ ਐਤਕੀ ਮੈਨੂੰ ਚੱਕਰ ਆ ਗਿਆ। ਅੱਖਾਂ ਬੰਦ ਹੋ ਗਈਆਂ, ਜ਼ਮੀਨ ਅਸਮਾਨ ਮਾਨੋ ਉਲਟ ਗਏ। ਮੈਂ ਬੇਹੋਸ਼ ਹੋ ਕੇ ਉਸਦੇ ਪੈਰਾਂ ਤੇ ਡਿੱਗ ਪਈ। ਮੈਨੂੰ ਪਤਾ ਨਹੀਂ ਰਿਹਾ ਕਿ ਮੈਂ ਹਾਂ ਕਿ ਨਹੀਂ। ਚਿਰ ਪਿੱਛੋਂ ਜਦ ਮੈਂ ਉੱਠੀ ਤਾਂ ਮੈਂ ਡਰ ਨਾਲ ਕੰਬ ਰਹੀ ਸਾਂ ਕਿ ਮੇਰੇ ਸਿਰ ਤੇ ਐਤਨਾ ਪਰਬਤ ਪੈਣਾ ਹੈ ਕਿ ਮੈਂ ਆਤਮਾ ਹੋਣਾ ਹੈ, ਜਿਵੇਂ ਇਹ ਆਖਦਾ ਹੈ। ਇਹ ਤਾਂ ਬੜਾ ਔਖਾ ਹੈ, ਪਰ ਇਹ ਜੋ ਸਭ ਤੋਂ ਚੰਗਾ ਮਨੁੱਖ ਹੈ ਆਖਦਾ ਹੈ, ਇਹ ਚੰਗਾ ਹੀ ਹੋਣਾ ਹੈ। ਮੈਂ ਤਾਂ ਡੌਰ ਪੌਰੀ ਹੁੰਦੀ ਹਾਂ, ਡਰਦੀ ਹਾਂ ਕਿ ਜੇਕਰ ਇਹ ਕੁਝ ਮੈਂ ਹਾਂ ਤਾਂ ਮੈਂ ਤਾਂ ਬਹੁਤ ਨਿਤਾਣੀ ਹਾਂ। ਕੌਣ ਇਸ ਭਾਰ ਨੂੰ ਝੱਲੇਗਾ ਕਿ ਮੈਂ ਆਤਮਾ ਹਾਂ?
ਇਸ ਉੱਚੇ ਪਰਬਤ ਦੀ ਸਿਖਰ ਵੱਲ ਤੱਕਿਆ ਮੇਰੀ ਨਜ਼ਰ ਪਾਟਦੀ ਹੈ। ਮੈਂ ਜਦ ਇਹ ਸੁਣਦੀ ਹਾਂ ਤਾਂ ਅੰਦਰੋਂ ਫੈਲਰਦੀ ਹਾਂ। ਫੇਰ ਮੈਂ ਘਬਰਾ ਜਾਂਦੀ ਹਾਂ। ਮੈਂ ਹੁਣ ਤੱਕ ਹੱਸਦੀ ਖੇਡਦੀ, ਲਾਡਾਂ ਵਿੱਚ ਪਲੀ, ਖੁਸ਼ੀ-ਖੁਸ਼ੀ ਰਹਿੰਦੀ ਹੁੰਦੀ ਸਾਂ। ਕੀ ਇਹ ਮੇਰੇ ਚਾਓ ਮਲਾਰ ਤੇ ਖੁਸ਼ੀਆਂ ਓਪਰੀਆਂ ਹਨ? ਹਾਏ, ਮੇਰਾ ਕਲੇਜਾ ਫੇਰ ਟੁੱਟ ਗਿਆ। ਬਨਾਂ ਦੇ ਹਰਨ, ਠੰਡੀਆਂ ਛਾਵਾਂ, ਵਗਦੇ ਪਾਣੀ, ਸਖੀਆਂ ਦੇ ਝੁੰਡ, ਮੁਸ਼ਕਣ ਘੋੜੀ ਉੱਤੇ ਬੈਠੀ ਮੈਂ, ਹੱਥ ਵਿੱਚ ਤੀਰ ਕਮਾਨ, ਤਾਂਗਾਂ ਤਾਂਗਦੀ ਮਾਂ ਤੇ ਰਾਹ ਉਡੀਕਦਾ ਬਾਪੂ ਜੀ, ਮੱਥੇ ਟੇਕਦੀ ਪਰਜਾ। ਕੀ ਇਹ ਸਾਰਾ ਸੰਸਾਰ ਮੇਰੇ ਸਰੀਰ ਲਈ ਹੈ? ਓਪਰਾ ਹੈ? ਕਿਉਂ ਜੋ ਇਹ ਆਖਦਾ ਹੈ ਕਿ ਤੂੰ ਸਰੀਰ ਨਹੀਂ ਹੈ, ਤੇ ਜੇ ਮੈਂ ਸਰੀਰ ਨਹੀਂ ਹਾਂ ਤਾਂ ਇਹ ਸਰੀਰ ਨੂੰ ਚੰਗੇ ਲੱਗਣ ਵਾਲੇ ਸਾਰੇ ਅਡੰਬਰ ਵੀ ਮੇਰੇ ਨਾ ਹੋਏ? ਹਾਏ ਹਾਏ, ਤਾਂ ਮੈਂ ਇਕੱਲੀ ਹਾਂ। ਜੇ ਸਰੀਰ ਮੇਰਾ ਨਹੀਂ ਤਾਂ ਮਾਂ ਤੇ ਬਾਪੂ ਜੀ ਵੀ ਮੇਰੇ ਨਹੀਂ, ਤੇ ਉਹ ਮੇਰੇ ਨਹੀਂ ਤਾਂ ਸਾਰੇ ਸੁੱਖ ਤੇ ਖੁਸ਼ੀਆਂ ਜੋ ਉਹ ਦਿੰਦੇ ਹਨ, ਸਾਖ ਤੇ ਸਖੀਆਂ ਮੇਰੇ ਨਾ ਹੋਏ? ਹਾਏ, ਜੇ ਮੈਂ ਆਤਮਾ ਹਾਂ ਤਾਂ ਮੈਂ ਇਕੱਲੀ ਹਾਂ। ਇਸ ਵੇਲੇ ਮੇਰੀਆਂ ਅੱਖਾਂ ਅੱਗੇ ਇਕੱਲ ਰੂਪ ਬਣ ਕੇ ਆ ਗਈ। ਤਦੋਂ ਮੈਂ ਖੁਸ਼ੀਆਂ ਦੇ ਪੰਘੂੜੇ ਝੂਟੇ ਵਾਲੀ ਅੱਲੜ ਤੇ ਮੂਲੋਂ ਅਜਾਣ ਕੀ ਜਾਣਦੀ ਸਾਂ ਕਿ ਕੁਝ ਹੋਰ ਗੱਲ ਵੀ ਹੈ। ਚੰਗੇ ਦੀ ਗੱਲ ਸੋਚਦਿਆਂ ਮੇਰੇ ਉਦਾਲੇ ਇਕੱਲ ਆ ਗਈ। ਇਸ ਇਕੱਲ ਨੇ ਮੇਰੇ ਉੱਤੇ ਉਹ ਡਰ ਪਾਇਆ ਕਿ ਮੈਨੂੰ ਕੁਝ ਨਾ ਦਿਸੇ। ਕਲੇਜਾ ਕੰਬੇ, ਲੂੰ ਕੰਡੇ ਹੋ ਗਏ, ਰੋਵਾਂ ਤੇ ਭੁੱਬਾਂ ਮਾਰਾਂ ਤੇ ਆਖਾਂ, ਹਾਏ, ਮੈਂ ਕਿਵੇਂ ਆਤਮਾ ਨਾ ਹੋਵਾਂ? ਜਿਉਂ-ਜਿਉਂ ਮੈਂ ਸਹਿਮ ਖਾਵਾਂ ਤੇ ਡਰਾਂ, ਤਿਉਂ-ਤਿਉਂ ਉਹ ਇਕੱਲ ਵੱਧਦੀ ਜਾਵੇ ਤੇ ਮੈਂ ਟੁੱਟਦੀ ਜਾਵਾਂ। ਕਿੰਨੇ ਚਿਰ ਮਗਰੋਂ ਮੇਰੀਆਂ ਅੱਖਾਂ ਖੁੱਲੀਆਂ। ਹੁਣ ਮੈਂ ਉੱਠਣਾ ਚਾਹਾਂ, ਪਰ ਹੁਣ ਕੌਣ ਉੱਠੇ? ਜਿਨ੍ਹਾਂ ਮੇਰੀਆਂ ਲੱਤਾਂ ਨੇ ਸਾਰਾ ਦਿਨ ਬੰਨ ਕੱਛੇ ਸਨ, ਉੱਠਣਾ ਭੁੱਲ ਗਈਆਂ। ਜਿਨ੍ਹਾਂ ਮੇਰੀਆਂ ਬਾਹਾਂ ਨੇ ਸ਼ੇਰ ਮਾਰੇ ਸਨ, ਜ਼ਮੀਨ ਤੇ ਟੇਕ ਧਰ ਕੇ ਆਸਰਾ ਦੇਣਾ ਵਿਸਾਰ ਬੈਠੀਆਂ। ਫੇਰ ਮੈਨੂੰ ਖਿਆਲ ਆਇਆ ਕਿ ਮੈਂ ਬੇਦੋਸ਼ ਤੇ ਸਭ ਤੋਂ ਚੰਗੇ ਮਨੁੱਖ ਨੂੰ ਮਾਰਿਆ ਹੈ। ਮੈਂ ਪਾਪ ਕੀਤਾ ਹੈ। ਮੇਰੇ ਪਾਪ ਦਾ ਦੰਡ ਮੈਨੂੰ ਇਸ ਨੇ ਦਿੱਤਾ ਹੈ ਕਿ ਮੈਨੂੰ ਇਕੱਲਿਆਂ ਕਰ ਦਿੱਤਾ ਸੂ। ਹਾਏ, ਹੁਣ ਮੈਂ ਸਦਾ ਦੁੱਖ ਭਰਾਂਗੀ। ਮੈਂ ਆਪ ਨੂੰ ਇਸ ਇਕੱਲ ਵਿੱਚ ਸਦਾ ਵੇਖਾਂਗੀ। ਕੋਈ ਮੇਰਾ ਨਹੀਂ, ਮੈਂ ਕੱਲੀ ਹਾਂ। ਹਾਏ, ਹੁਣ ਤੋਂ ਮੈਂ ਨਿੱਤ ਰੋਇਆ ਕਰਾਂਗੀ ਤੇ ਇਕੱਲੀ ਦਿਨ ਕੱਟੀ ਕਰਾਂਗੀ। ਮੇਰੇ ਦਿਨ ਕੀ ਕੂ ਲੰਘਿਆ ਕਰਨਗੇ? ਮੇਰੀ ਰਾਤ ਕੀ ਕੂ ਬੀਤਿਆ ਕਰੇਗੀ? ਜਦ ਸਾਰੇ ਹੀ ਮੇਰੇ ਨਹੀਂ, ਤਦ ਓਪਰਿਆਂ ਦੇ ਸੁੱਖ ਮੈਂ ਕੀ ਕੂ ਲਵਾਂਗੀ? ਨਾਲੇ ਉਹ ਆਖਦਾ ਹੈ, ਤੂੰ ਸੁੱਖ ਦਿਆ ਕਰ, ਲਿਆ ਨਾ ਕਰ। ਕਿੱਡੀ ਅਨਹੋਣੀ ਗੱਲ ਆਖੀ ਸੂ। ਜਦ ਸਰੀਰ ਵੀ ਮੇਰਾ ਨਹੀਂ ਤਾਂ ਮੈਂ ਕਿਸੇ ਨੂੰ ਦਿਆਂ ਕੀ ਕਰਾਂ? ਹੁੰਦਾ ਤਾਂ ਕੋਈ ਵੰਡਾਵੇ। ਜਦ ਮੇਰੇ ਕੋਲ ਹੋਇਆ ਹੀ ਕੁਛ ਨਾ ਤਾਂ ਮੈਂ ਵੰਡਾ ਕੇ ਦਿਆਂਗੀ ਕੀ? ਹੁਣ ਫੇਰ ਮੇਰੀਆਂ ਅੱਖਾਂ ਅੱਗੇ ਇੱਕ ਹਨੇਰਾ ਉੱਠਿਆ ਅਰ ਸਭ ਕੁਝ ਲੋਪ ਹੋ ਗਿਆ। ਮੈਂ ਇਕੱਲੀ ਹਨੇਰੇ ਵਿੱਚ ਰਹਿ ਗਈ। ਇਸ ਵੇਲੇ ਮੈਂ ਐਤਨਾ ਡਰੀ ਕਿ ਮੇਰੀਆਂ ਚੀਕਾਂ ਨਾਲ ਸਾਰਾ ਘਰ ਗੂੰਜ ਉੱਠਿਆ। ਮਾਂ ਭੱਜੀ ਆਈ ਤੇ ਮੈਨੂੰ ਝੋਲੀ ਵਿੱਚ ਪਾ ਲਿਆ। ਮੇਰਾ ਮੱਥਾ ਚੁੰਮੇ, ਅੱਖਾਂ ਪੂੰਝੇ, ਕੁੱਟੇ, ਪਿਆਰ ਦੇਵੇ ਤੇ ਬਲਾਵਾਂ ਲਵੇ, ਪਰ ਮੈਨੂੰ ਸੁਰਤ ਨਾ ਆਵੇ। ਮੇਰੇ ਕਲੇਜੇ ਧੜਕਦੇ ਦੀ ਆਵਾਜ਼ ਮਾਂ ਦੇ ਕੰਨਾਂ ਵਿੱਚ ਪਹੁੰਚੇ। ਮਾਂ ਨੇ ਮੇਰਾ ਮੂੰਹ ਧੋਤਾ, ਮੇਰੇ ਅੰਦਰ ਪਾਣੀ ਦਾ ਘੁੱਟ ਪਾਇਆ ਤੇ ਪੁੱਛੇ, ਕੀ ਹੋਇਆ ਹੈ? ਜਾਂ ਮੈਂ ਅੱਖਾਂ ਖੋਲੀਆਂ ਤਾਂ ਆਖਿਆ, ਅੰਮੀਏ, ਮੈਨੂੰ ਛੱਡ ਦੇ, ਤੂੰ ਮੇਰੀ ਨਹੀਂ ਹੈ, ਨਾਲੇ ਮੈਂ ਤੇਰੇ ਦਿੱਤੇ ਸੁੱਖਾਂ ਨੂੰ ਲੈਣਾ ਨਹੀਂ ਹੈ। ਅੰਮੀ ਬਲਾਵਾਂ ਲੈ ਕੇ ਕਹਿਣ ਲੱਗੀ, ਕਿਉਂ? ਤਾਂ ਮੈਂ ਆਖਿਆ, ਅੰਮਾ, ਮੈਂ ਸਰੀਰ ਨਹੀਂ, ਮੈਂ ਮਾਂ ਹਾਂ ਤੇ ਇਸ ਕਰਕੇ ਇਕੱਲੀ ਹਾਂ, ਤੇ ਇਕੱਲਿਆਂ ਮੈਨੂੰ ਡਰ ਲੱਗਦਾ ਹੈ। ਉਹ ਡਰ ਮੈਨੂੰ ਖਾ ਰਿਹਾ ਹੈ ਤੇ ਖਾ ਜਾਵੇਗਾ। ਜਾ ਮਾਂ, ਤੂੰ ਸੌਂ। ਮੈਨੂੰ ਚੰਗੇ ਮਨੁੱਖ ਨੇ ਮੇਰੇ ਅਪਰਾਧਾਂ ਦਾ ਦੰਡ ਦਿੱਤਾ ਹੈ। ਹੁਣ ਮੈਨੂੰ ਇਕੱਲ ਪਈ ਖਾਂਦੀ ਹੈ। ਤੂੰ ਜਾ ਮਾਂ। ਮੈਂ ਉਸ ਨੂੰ ਆਖਦੀ ਹਾਂ ਕਿ ਟੀਰ ਲੈ ਕੇ ਮੈਨੂੰ ਖੋਪ ਦੇਵੇ। ਮੈਂ ਇਸ ਤਰ੍ਹਾਂ ਮਰਨ ਨੂੰ ਤਿਆਰ ਹਾਂ, ਪਰ ਇਹ ਆਤਮਾ ਬਣ ਕੇ ਇਕੱਲ ਦੇ ਹੱਥੋਂ ਇਸ ਤਰ੍ਹਾਂ ਮਰਨਾ ਬੜੀ ਪੀੜ ਦਿੰਦਾ ਹੈ, ਜੋ ਪੀੜ ਕੇ ਝੱਲੀ ਨਹੀਂ ਜਾਂਦੀ। ਇਹ ਸੁਣ ਕੇ ਮਾਂ ਨੂੰ ਰੋਹ ਚੜ੍ਹ ਗਿਆ। ਕਹਿਣ ਲੱਗੀ, ਹੁਣੇ ਇਸ ਕਮਲੇ ਨੂੰ ਕਬਰਿਸਤਾਨ ਭੇਜ ਕੇ ਜਿਉਂਦਾ ਦਬਵਾ ਦੇਂਦੀ ਹਾਂ, ਜੋ ਮੇਰੀ ਸੁੱਖੇ ਲੱਦੀ ਧੀ ਨੂੰ ਡਲਾਉਂਦਾ ਹੈ ਅਰ ਨਿਰਭੈ ਸ਼ੇਰ ਬੱਚੜੀ ਦਾ ਕਲੇਜਾ ਕੱਢ ਰਿਹਾ ਹੈ। ਇਸ ਡੈਣ ਬਾਵੇ ਦੇ ਹੁਣੇ ਡੱਕਰੇ ਕਰਾਉਂਦੀ ਹਾਂ। ਇਹ ਸੁਣ ਕੇ ਮੇਰੀ ਜਾਨ ਨਿਕਲੀ। ਮੈਂ ਦੋਸ਼ੀ ਟਹਿਲਣ ਵਾਂਗ ਮਾਂ ਦੇ ਪੈਰ ਫੜ ਲਏ ਤੇ ਆਖਿਆ, ਅੰਮੀ, ਹੋਰ ਪਾਪ ਨਾ ਕਰੀ। ਮੈਂ ਪਾਪ ਕੀਤਾ ਹੈ, ਬਦਲਾ ਦੇਣਾ ਹੈ। ਇਹੋ ਗੱਲ ਪੰਡਤ ਜੀ ਆਖਦੇ ਹੁੰਦੇ ਸਨ ਕਿ ਨਾ, ਫਿਰ ਤੁਸੀਂ ਕਿਉਂ ਉਸ ਨਿਰਦੋਸ਼ੀ ਨੂੰ ਹੋਰ ਦੁੱਖ ਦਿੰਦੇ ਹੋ, ਜਿਸ ਨੂੰ ਮੈਂ ਅੱਗੇ ਦੁੱਖ ਦਿੱਤਾ ਹੈ? ਤੇ ਹੁਣ ਪਾਪ ਦਾ ਫਲ ਮੈਨੂੰ ਲੱਗਾ ਹੈ ਕਿ ਮੈਂ ਇਕੱਲੀ ਹੋ ਗਈ ਹਾਂ। ਮੈਂ ਤਾਂ ਫਲ ਭੋਗਾਂਗੀ, ਪਰ ਤੂੰ ਜਾ ਆਰਾਮ ਕਰ। ਜਾ ਅੰਮੀ, ਤੂੰ ਜਾ। ਮਾਂ ਜਾਵੇ ਨਾ, ਦੰਦੀਆਂ ਕਰੀਚੇ ਤੇ ਮੈਂ ਟੋਰਾਂ। ਸ਼ੇਕੜ ਮੈਂ ਕਿਹਾ, ਜੇ ਤੁਸਾਂ ਇਸ ਚੰਗੇ ਮਨੁੱਖ ਨੂੰ ਕੁਛ ਆਖਿਆ ਤਾਂ ਮੈਂ ਆਪੇ ਆਪਣੇ ਕਲੇਜੇ ਵਿੱਚ ਤੀਰ ਖੋਭ ਲਵਾਂਗੀ। ਤਾਂ ਮਾਂ ਟਲੀ, ਪਰ ਭਰੀ ਪੀਤੀ ਹੋਈ ਹੀ ਗਈ।
ਹੁਣ ਮੈਂ ਉਸੇ ਇਕੱਲ ਦੇ ਸਹਿਮ ਵਿੱਚ ਬੈਠੀ ਸਾਂ। ਤੂੰ ਆਤਮਾ ਹੈ, ਇਹ ਆਵਾਜ਼ ਮੇਰੇ ਕੰਨਾਂ ਵਿੱਚ ਗੂੰਜ ਰਹੀ ਸੀ ਕਿ ਅਚਾਨਕ ਚੇਤਾ ਆਇਆ ਕਿ ਚੰਗੇ ਮਨੁੱਖ ਨੇ ਤਾਂ ਗੱਲਾਂ ਵੀ ਕੀਤੀਆਂ ਸਨ ਕਿ ਤੂੰ ਉੱਚੀ ਹੈ। ਮੈਂ ਉੱਚੀ ਹਾਂ, ਪਰਬਤ ਦੀ ਚੋਟੀ ਉੱਚੀ ਹੁੰਦੀ ਹੈ, ਸੋਭੀ ਇਕੱਲੀ ਤੇ ਉਜਾੜ ਹੁੰਦੀ ਹੈ। ਬੱਦਲ ਉੱਚੇ ਹੁੰਦੇ ਹਨ ਪਰ ਸੁਨਸਾਨ ਹਨ। ਚੰਨ ਉੱਚਾ ਹੈ ਪਰ ਉਹ ਵੀ ਇਕੱਲਾ ਹੈ। ਸੂਰਜ ਉੱਚਾ ਹੈ, ਸੋ ਵੀ ਇਕੱਲਾ ਹੈ। ਜੇ ਮੈਂ ਉੱਚੀ ਹੋਈ ਤਾਂ ਵੀ ਇਕੱਲੀ ਹੀ ਹੋਈ ਨਾ। ਹਾਏ, ਮੈਂ ਕੀ ਕਰਾਂ, ਇਕੱਲ ਖਾਂਦੀ ਹੈ। ਤੂੰ ਆਤਮਾ ਹੈ, ਤੇਰੇ ਵਿੱਚ ਮੋਹ ਨਹੀਂ, ਤਦੇ ਮੈਂ ਅੱਜ ਮਾਂ ਨੂੰ ਗੁੱਸੇ ਕਰ ਲਿਆ ਹੈ। ਚੰਗੇ ਨੇ ਕਿਹਾ ਸੀ ਤੂੰ ਬੇਲੋੜ ਹੈ, ਬੇਲੋੜ ਹੋ, ਅਚਾਹ ਹੋ, ਪਰ ਮੈਨੂੰ ਹੋਟੀ ਦੀ ਤਾਂ ਲੋੜ ਹੈ। ਇਸ ਤੋਂ ਬੇਲੋੜ ਕਿਉਂ ਹੋਵਾਂ? ਤੇ ਜੇ ਮੇਰਾ ਕੋਈ ਨਹੀਂ, ਫਿਰ ਮੈਂ ਰੋਟੀ ਕਿੱਥੋਂ ਖਾਵਾਂਗੀ? ਕੋਈ ਬੋੜੋਵੇ ਮੈਨੂੰ। ਹਾਏ, ਮੈਂ ਕਿਵੇਂ ਆਤਮਾ ਨਾ ਹੋਵਾਂ? ਮੈਂ ਸੁੱਖ ਦਿਆ ਕਰਾਂਗੀ, ਲਵਾਂਗੀ ਨਹੀਂ, ਰੋਟੀ ਆਪ ਪਕਾਵਾਂਗੀ, ਪਾਣੀ ਆਪ ਭਰਾਂਗੀ, ਮੰਜਾ ਆਪ ਡਾਵਾਂਗੀ, ਕੱਪੜੇ ਆਪ ਧੋਵਾਂਗੀ, ਪਰ ਇਹ ਵੀ ਕਿਉਂ ਕਰਾਂਗੀ? ਮੈਂ ਜਦ ਦੇ ਨਹੀਂ ਤਾਂ ਦੇ ਕੰਮ ਕਿਉਂ ਕਰਾਂਗੀ? ਆਤਮਾ ਹਾਂ, ਸਭ ਤੋਂ ਅੱਡ ਹਾਂ, ਸਰੀਰ ਤੋਂ ਅੱਡ ਹੋਈ ਹੁਣ ਮੈਂ ਇਸੇ ਧੁਨ ਵਿੱਚ ਇਕੱਲੀ ਰਹਾਂਗੀ ਤੇ ਇਕੱਲ ਮੈਨੂੰ ਖਾਇਆ ਕਰੇਗੀ ਤੇ ਮੈਂ ਸੁੱਕ ਕੇ ਮਰ ਜਾਵਾਂਗੀ। ਮੈਂ ਇਹਨਾਂ ਵਹਿਮਾਂ ਵਿੱਚ ਰੁੜ ਰਹੀ ਸਾਂ ਕਿ ਚੰਗੇ ਮਨੁੱਖ ਦੇ ਫੇਰ ਨੈਣ ਖੁੱਲੇ ਤੇ ਤੱਕ ਕੇ ਮੁਸਕਰਾਏ। ਬੁੱਲ ਮੁਸਕਰਾਏ ਤੇ ਨੈਣ ਮੈਂ ਵੱਲ ਭਰ ਕੇ ਤੱਕੇ ਤਾਂ ਮੈਨੂੰ ਜਾਨ ਪੈ ਗਈ। ਉਸ ਵੇਲੇ ਇਕੱਲ ਮੇਰੀ ਨਸ ਗਈ ਤੇ ਮੈਨੂੰ ਖੁਸ਼ੀ ਆ ਗਈ। ਮੈਂ ਕੋਲ ਜਾ ਕੇ ਹੱਥ ਜੋੜੇ ਤਾਂ ਫੇਰ ਉਸਨੇ ਕਿਹਾ, ਤੂੰ ਆਤਮਾ ਹੈ ਪਰ ਇਕੱਲ ਤੈਨੂੰ ਨਹੀਂ ਖਾ ਸਕਦੀ। ਮੈਂ ਕਿਹਾ, ਹੇ ਚੰਗੇ ਮਨੁੱਖ, ਕਹੋ ਮੈਂ ਆਤਮਾ ਨਹੀਂ, ਇਹ ਸਜ਼ਾ ਮੇਰੇ ਚੱਲਣ ਦੀ ਨਹੀਂ। ਮੈਨੂੰ ਕੈਦ ਕਰ ਅਰ ਕਹੋ ਤੂੰ ਮੇਰੀ ਗੁਲਾਮ ਹੈ, ਹਰਦਮ ਮੇਰੇ ਨਾਲ ਰਹੋ ਤੇ ਸੇਵਾ ਕਰ। ਮੈਂ ਕਰਾਂਗੀ, ਜਾਂ ਤੀਰ ਲੈ ਤੇ ਖੋਬ ਦੇ ਮੇਰੇ ਕਾਲਜੇ, ਮੈਂ ਖੁਬਾਵਾਂਗੀ ਤੇ ਖੁਸ਼ੀ ਨਾਲ ਮਰਾਂਗੀ, ਪਰ ਮੈਨੂੰ ਆਤਮਾ ਨਾ ਕਹੋ। ਉਸ ਫੇਰ ਨੈਣ ਮੀਟੇ, ਚਿਰ ਪਿੱਛੋਂ ਖੋਲੇ ਤੇ ਕਿਹਾ, ਤੂੰ ਇਕੱਲੀ ਨਹੀਂ ਹੈ, ਤੇਰੇ ਨਾਲ ਨਿਰੰਕਾਰ ਹੈ। ਮੈਂ ਰੋ ਰੋ ਕੇ ਕਿਹਾ, ਮੇਰੇ ਨਾਲ ਤੂੰ ਰਹੋ, ਮੈਨੂੰ ਹੋਰ ਕਿਸੇ ਦੀ ਲੋੜ ਨਹੀਂ। ਸਭ ਤੋਂ ਚੰਗਾ ਤੂੰ ਹੈ, ਤੈਥੋਂ ਚੰਗਾ ਹੋਰ ਕੋਈ ਨਹੀਂ। ਮੈਨੂੰ ਮੈਂ ਆਤਮਾ ਹਾਂ ਤੇ ਮੇਰੇ ਨਾਲ ਕੋਈ ਨਿਰੰਕਾਰ ਹੈ ਦੀ ਲੋੜ ਨਹੀਂ। ਉਸਨੇ ਕਿਹਾ, ਮੈਂ ਆਤਮਾ ਹਾਂ, ਪਰਮਾਤਮਾ ਮੇਰੇ ਨਾਲ ਹੈ। ਤੂੰ ਆਤਮਾ ਹੈ, ਪਰਮਾਤਮਾ ਤੇਰੇ ਨਾਲ ਹੈ। ਮੈਂ ਹੁਣ ਹੋਰ ਸਹਿਮੀ। ਉਸਨੇ ਫੇਰ ਆਖਿਆ, ਪਰਮਾਤਮਾ ਹਰਦਮ ਤੇਰੇ ਨਾਲ ਹੈ। ਤੂੰ ਉਸ ਵੱਲ ਨਹੀਂ ਤੱਕਦੀ, ਉਹ ਤੈਨੂੰ ਦੇਖਦਾ ਹੈ। ਤੂੰ ਸੌਂ ਜਾਂਦੀ ਹੈ, ਉਹ ਜਾਗਦਾ ਹੈ। ਤੂੰ ਜੋ ਕਰਦੀ ਹੈ ਉਹ ਦੇਖਦਾ ਹੈ, ਜੋ ਸੋਚਦੀ ਹੈ ਉਹ ਜਾਣਦਾ ਹੈ, ਪਰ ਤੂੰ ਉਸਨੂੰ ਨਹੀਂ ਦੇਖਦੀ, ਨਾ ਜਾਣਦੀ। ਆਹ, ਹੁਣ ਮੇਰੇ ਤੇ ਹੋਰ ਡਰ ਛਾਇਆ। ਮੈਂ ਦਿਲ ਨੂੰ ਕਹਾਂ, ਮੇਰੇ ਨਾਲ ਕੋਈ ਲੁਕ ਕੇ ਰਹਿੰਦਾ ਹੈ, ਜੋ ਮੇਰੇ ਸਾਰੇ ਕੰਮਾਂ ਨੂੰ ਵੇਂਦਾ ਹੈ, ਦਿਸਦਾ ਨਹੀਂ ਪਰ ਦੇਖਦਾ ਹੈ। ਸੋ ਫੇਰ ਨਾਲ ਤਾਂ ਹੋਇਆ, ਪਰ ਨਾ ਹੋਏ ਜਿਹਾ ਹੋਇਆ। ਹਾਏ, ਮੈਂ ਕਿਵੇਂ ਆਤਮਾ ਨਾ ਹੋਵਾਂ? ਜੇ ਉਹ ਵੇਂਦਾ, ਜਾਣਦਾ ਤੇ ਸੁਣਦਾ ਹੈ ਤਾਂ ਮੈਂ ਹਰ ਕੰਮ ਕਰਨ ਲੱਗਿਆਂ ਅਚਕਿਆਂ ਕਰਾਂਗੀ, ਬੋਲਣ ਲੱਗੇ ਸੋਚਿਆ ਕਰਾਂਗੀ, ਤੇ ਸੋਚਣ ਲੱਗਿਆਂ ਕੀ ਕਰਿਆ ਕਰਾਂਗੀ? ਡੁੱਬ ਜਾਇਆ ਕਰਾਂਗੀ। ਫੇਰ ਮੈਂ ਉਸਨੂੰ ਕਿਹਾ, ਹੇ ਚੰਗੇ ਮਨੁੱਖ, ਮੈਂ ਪਾਪ ਕੀਤਾ ਹੈ, ਮੈਨੂੰ ਦੰਡ ਦੇ, ਪਰ ਏਡਾ ਕਰੜਾ ਨਾ ਦੇ। ਪਰ ਉਸਦੀਆਂ ਅੱਖਾਂ ਬੰਦ ਸਨ, ਜੋ ਫੇਰ ਸਾਰਾ ਦਿਨ ਨਾ ਖੁੱਲੀਆਂ, ਤੇ ਮੈਂ ਡੋਲਦੀ ਡਰਦੀ, ਸੋਚਦੀ ਡੁੱਬਦੀ ਤਰਦੀ, ਪਰ ਉਸਦੇ ਕੋਲ ਹੀ ਬੈਠੀ ਰਹੀ। ਪਿਤਾ ਜੀ ਆਏ, ਮੈਂ ਭੱਜ ਕੇ ਉਹਨਾਂ ਦੇ ਗਲ ਨਾਲ ਜਾ ਲੱਗੀ। ਉਹ ਵੀ ਕੁਝ ਉਦਾਸ ਜਿਹੇ ਆਏ। ਮੇਰਾ ਚਿਹਰਾ ਵੇਖ ਕੇ ਹੋਰ ਉਦਾਸ ਹੋ ਗਏ। ਮੈਨੂੰ ਗੱਲ ਲਾਉਣ ਲੱਗੇ ਤਾਂ ਮੈਂ ਰਤਾ ਕੁ ਅਜਕੀ, ਪਰ ਉਹਨਾਂ ਨੇ ਜ਼ੋਰੀ ਛਾਤੀ ਨਾਲ ਮੇਰਾ ਸਿਰ ਲਾ ਕੇ ਘੁੱਟਿਆ ਤੇ ਸਿਰ ਤੇ ਹੱਥ ਫੇਰ ਕੇ ਮੈਨੂੰ ਪਿਆਰ ਦਿੱਤਾ। ਜਿਸ ਵੇਲੇ ਕਿ ਉਹਨਾਂ ਦਾ ਹੱਥ ਮੇਰੇ ਸਿਰ ਤੇ ਪਿਆਰ ਨਾਲ ਛੋਹਿਆ, ਮੇਰੇ ਡੁਸਕਾਰੇ ਨਿਕਲ ਗਏ ਤੇ ਤੱਤੇ ਹੰਝੂ ਉਹਨਾਂ ਦੀ ਛਾਤੀ ਤੇ ਵਗ ਤੁਰੇ। ਇਹ ਵੇਖ ਕੇ ਉਹ ਰਾਠਾਂ ਵਿੱਚ ਵੀ ਨਾਮਣਾ ਪਾ ਚੁੱਕਾ ਰਾਠ ਪਿਤਾ ਠੰਡਾ ਸਾਹ ਲੈ ਕੇ ਬੋਲਿਆ, ਧੀਏ, ਹੋਸ਼ ਕਰ, ਤੇਰਾ ਦੁੱਖ ਹੁਣੇ ਦੂਰ ਕਰਾਂ, ਪਰ ਤੇਰਾ ਪਿਆਰ ਹੀ ਕੁਝ ਨਹੀਂ ਕਰਨ ਦਿੰਦਾ। ਮੈਂ ਕੁਝ ਨਾ ਬੋਲੀ। ਮੈਨੂੰ ਇੱਕ ਠੰਡ ਪੈ ਰਹੀ ਸੀ। ਪਿਤਾ ਦੇ ਪਿਆਰ ਵਿੱਚ ਇੱਕ ਸੁੱਖ ਮਿਲ ਰਿਹਾ ਸੀ। ਮੈਂ ਖੁਸ਼ ਹੋ ਰਹੀ ਸਾਂ। ਚੇਤਾ ਆਉਂਦਾ ਸੀ ਕਿ ਸੁੱਖ ਦੇਣਾ ਹੈ, ਲੈਣਾ ਨਹੀਂ, ਪਰ ਮੈਂ ਐਸੀ ਜੀ ਪਿਆਣੀ ਹੋ ਚੁੱਕੀ ਸਾਂ ਕਿ ਹੁਣ ਮੈਥੋਂ ਪਿਤਾ ਦੇ ਲਾੜ ਤੇ ਦਿਲਾਸੇ ਦਾ ਸੁੱਖ ਛੱਡਿਆ ਨਹੀਂ ਸੀ ਜਾਂਦਾ। ਮੈਨੂੰ ਹੁਣ ਤਿਰਾਸ ਹੋ ਗਿਆ ਕਿ ਮੈਨੂੰ ਖਾਣ ਵਾਲੀ ਇਕੱਲ ਤੋਂ ਰਾਖੀ ਕਰਨ ਵਾਲੇ ਬਾਪੂ ਜੀ ਆ ਗਏ ਹਨ। ਬਾਪੂ ਜੀ ਨੇ ਫੇਰ ਮੈਨੂੰ ਸਮਝਾਇਆ। ਜਦ ਮੈਂ ਉਹਨਾਂ ਨੂੰ ਆਪਣਾ ਦੁੱਖ ਦੱਸਿਆ, ਉਹ ਹੱਸ ਪਏ। ਆਖਣ ਲੱਗੇ, ਕਾਕੀ, ਤੇਰਾ ਭੋਲਾਪਨ ਤੇਰਾ ਵੈਰੀ ਹੋ ਰਿਹਾ ਹੈ। ਮੈਂ ਤੈਨੂੰ ਬੜੀ ਸਾਦਗੀ, ਸਿੱਧੇ ਤੇ ਭੋਲੇਪਨ ਵਿੱਚ ਪਾਲਿਆ ਹੈ। ਤੈਨੂੰ ਦੁਨੀਆ ਤੇ ਦੀਨ ਦੀ ਸਾਰ ਨਹੀਂ। ਬੱਚੀਏ, ਹੋਸ਼ ਕਰ ਤੇ ਸਮਝ, ਜੋ ਕੁਝ ਉਸਨੇ ਤੈਨੂੰ ਆਖਿਆ ਹੈ, ਉਸ ਤੋਂ ਮਾਲੂਮ ਹੁੰਦਾ ਹੈ ਕਿ ਉਹ ਸਾਧੂ ਹੈ, ਅਰ ਉਸਨੇ ਤੇਰੇ ਤੋਂ ਬਦਲਾ ਨਹੀਂ ਲਿਆ। ਜੋ ਗੱਲ ਉਹ ਚੰਗੀ ਜਾਣਦਾ ਸੀ, ਉਸਨੇ ਤੈਨੂੰ ਆਖੀ ਹੈ। ਤੂੰ ਬੜੀ ਭੋਲੀ ਹੈ। ਜੇ ਉਦੋਂ ਇੱਕ ਵੇਰ ਪੰਡਿਤ ਨੇ ਪਾਪ ਪੁੰਨ ਦੀ ਗੱਲ ਆਖੀ ਸੀ ਤਾਂ ਤੂੰ ਜੀ ਨੂੰ ਲਾ ਲਈ ਤੇ ਉਠਕ ਕੇ ਨਸ ਗਈ, ਜੋ ਕੋਈ ਹੋਰ ਗੱਲ ਨਾ ਆਖ ਦੇਵੇ, ਜਿਸ ਨਾਲ ਮੇਰਾ ਜੀ ਨਿੱਕਾ ਨਾ ਹੋ ਜਾਵੇ। ਤੇ ਜੇ ਇਸਨੇ ਕਹਿ ਦਿੱਤਾ ਹੈ ਕਿ ਤੂੰ ਆਤਮਾ ਹੈ, ਤਾਂ ਡਰ ਦੇ ਨਾਲ ਹੀ ਸਾਰੀ ਨਪੀੜੀ ਜਾ ਰਹੀ ਹੈ।
ਕਾਕੀ, ਇਹ ਗੱਲਾਂ ਹਨ ਜੋ ਵਿਹਲੇ ਰਹਿਣ ਵਾਲੇ ਲੋਕ ਸਾਨੂੰ ਸੁਣਾ ਕੇ ਆਪਣੀ ਉਦਰ ਪੂਰਨਾ ਕਰਦੇ ਹਨ। ਇਹਨਾਂ ਗੱਲਾਂ ਵਿੱਚ ਕੁਝ ਨਹੀਂ ਹੁੰਦਾ। ਤੂੰ ਸਿੱਧੀ ਤੇ ਸਾਫ਼ ਹੈ, ਅੰਦਰੋਂ ਬਾਹਰੋਂ ਇੱਕ ਹੈ। ਜੋ ਸੁਣਦੀ ਹੈ ਉਸ ਦੇ ਮਗਰ ਖਿਆਲ ਵਿੱਚ ਟੁਰ ਪੈਂਦੀ ਹੈ ਤੇ ਸ਼ੁਦੈਣ ਹੋ ਜਾਂਦੀ ਹੈ। ਤਕੜੀ ਹੋ, ਬਹਾਦਰਾਂ ਦੀ ਸੰਤਾਨ ਬਹਾਦਰ ਹੁੰਦੀ ਹੈ। ਕੱਲ ਮੇਰੇ ਨਾਲ ਚੱਲ। ਇੱਕ ਸ਼ੇਰ ਨੇ ਬੇਲੇ ਵਿੱਚ ਇੱਕ ਸਿਪਾਹੀ ਮਾਰਿਆ ਹੈ, ਉਸਨੂੰ ਭਾਲਣਾ ਤੇ ਮਾਰਨਾ ਹੈ। ਸ਼ਿਕਾਰ ਵਿੱਚ ਚੱਲ ਕੇ ਤੇਰਾ ਜੀ ਖੇੜ ਆਵੇਗਾ।